ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਪ੍ਰਾਈਮ ਪੋਲਿਟਿਕਸ ਦੇ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾਉਂਦਾ ਰਹਿਣਾ ਪੋਲੀਟੀਸ਼ੀਅਨਸ ਦੇ ਨਾਲ, ਕਿਉਂਕਿ ਸਿਆਸੀ ਲੋਕ ਜਦੋਂ ਵੀ ਆਉਂਦੇ ਨੇ ਉਹਨਾਂ ਦੇ ਕੋਲ ਬਹੁਤ ਸਾਰੀਆਂ ਅੰਦਰਲੀਆਂ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਆਮ ਤੌਰ 'ਤੇ ਮੀਡੀਆ ਦੇ ਵਿੱਚ ਨਹੀਂ ਆਉਂਦੀਆਂ, ਅਤੇ ਕਈ ਵਾਰ ਬਹੁਤ ਸਾਰੇ ਤੁਹਾਡੇ ਸਵਾਲ ਹੁੰਦੇ ਨੇ ਜਿਨ੍ਹਾਂ ਸਵਾਲਾਂ ਦੇ ਕਈਆਂ ਥਾਵਾਂ ਤੋਂ ਜਵਾਬ ਨਹੀਂ ਮਿਲਦੇ, ਪਰ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਵੀ ਮਿਲ ਜਾਂਦੇ ਆ। ਇਸ ਵਕਤ ਚਰਚਾ ਜਿੱਥੇ ਇੱਕ ਖੇਤੀਬਾੜੀ ਨਾਲ ਸੰਬੰਧਿਤ ਬਿੱਲਾਂ ਨੂੰ ਲੈ ਕੇ ਹੈ, ਉੱਥੇ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਜਿਹੜੀ ਹੈ ਉਹਦੇ ਅੰਦਰ ਵੀ ਚੱਲਦੀ ਪਈ ਹੈ ਕਿ ਉਹਦਾ ਜਿਹੜਾ ਵਕਾਰ ਹੈ, ਕਿਉਂਕਿ 100ਵੇਂ ਸਾਲ ਦੇ ਵਿੱਚ ਪਾਰਟੀ ਚੱਲਦੀ ਹੋਵੇ ਅਤੇ ਉਹਦੇ ਵਿੱਚ ਲੀਡਰਾਂ ਦੇ ਵਿੱਚ ਜਿਹੜਾ ਇੱਕ ਦੂਸਰੇ ਦੇ ਪ੍ਰਤੀ ਕਹਿ ਲਓ ਕਿ ਵਿਰੋਧ ਹੈ ਜਾਂ ਜਿਹੜੀ ਅੰਦਰ ਹੁਮਸ ਮਹਿਸੂਸ ਕੀਤੀ ਜਾ ਰਹੀ ਹੈ ਉਹ ਵੀ ਚੱਲਦੀ ਪਈ ਹੈ। ਐਂਡ ਇਸੇ ਦੇ ਤਹਿਤ ਹੀ ਇਸੇ ਲੜੀ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸਿਆਸੀ ਸਲਾਹਕਾਰ ਰਹੇ, ਇਹ ਮੈਂ ਰਹੇ ਸ਼ਬਦ ਇਸ ਕਰਕੇ ਕਹਿ ਰਿਹਾ ਕਿਉਂਕਿ ਹੁਣ ਉਹ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਨੇ। ਸਰਦਾਰ ਪਰਮਜੀਤ ਸਿੰਘ ਜੀ ਸਿੱਧੂਆਂ ਸਾਹਿਬ ਇਸ ਵਕਤ ਆਪਣੇ ਨਾਲ ਸਟੂਡੀਓ 'ਚ ਨੇ। ਉਹਨਾਂ ਦੀ ਲੰਮੀ ਚੌੜੀ ਚਿੱਠੀ ਜਿਹੜੀ ਕਿ ਇਸ ਵਕਤ ਵਾਇਰਲ ਵੀ ਹੋ ਰਹੀ ਹੈ ਉਹ ਵੀ ਮੇਰੇ ਕੋਲ ਪਈ ਹੈ, ਉਹਦੇ 'ਤੇ ਵੀ ਆਪਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਕੁਝ ਖਬਰਾਂ ਹੋਰ ਨੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਸਿੱਧੂਆਂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਮਿਹਰਬਾਨੀ ਜੀ, ਧੰਨਵਾਦ। ਸਿੱਧੂਆਂ ਸਾਹਿਬ, ਪਹਿਲੀ ਗੱਲ ਤਾਂ ਦੱਸੋ ਕਿ ਵੀ ਇਹ ਜਿਹੜੀ ਚਿੱਠੀ ਇਸ ਵਕਤ 1.5 ਪੇਜ ਦੀ ਮੇਰੇ ਕੋਲੇ ਪਈ ਹੈ, ਇਹ ਪਹਿਲਾਂ ਸੁਲਗੀ ਨਹੀਂ, ਕੋਈ ਇਹਦਾ ਧੂੰਆਂ ਨਹੀਂ ਉੱਠਿਆ, ਅਚਾਨਕ ਹੀ ਬੰਬ ਦੀ ਤਰ੍ਹਾਂ ਕਿਉਂ ਵੱਜੀ? ਗੁਰਪ੍ਰੀਤ ਜੀ, ਦਰਅਸਲ ਮੀਡੀਆ ਵਾਲੇ ਲੋਕ ਵੀ ਬਹੁਤ ਸਾਰੇ ਜਾਣਦੇ ਹੋਣਗੇ ਕਿ ਮੈਂ 2015 ਤੋਂ ਬਾਅਦ ਹੀ ਥੋੜ੍ਹੀ ਰਾਜਨੀਤਿਕ ਸਰਗਰਮੀ ਘਟਾ ਦਿੱਤੀ ਸੀ ਜੀ, ਜਦੋਂ ਬੇਅਦਬੀ ਹੋਈ ਹੈ। ਜਦੋਂ ਬੇਅਦਬੀ ਹੋਈ ਹੈ ਜੀ, ਮੈਨੂੰ ਨਜ਼ਰ ਆਉਣ ਲੱਗ ਗਿਆ ਸੀਗਾ ਕਿ ਗਲਤ ਟਰੈਕ 'ਤੇ ਚਲੇ ਜਾਣ ਲੱਗੇ ਆ। ਅਸੀਂ ਸੱਚ ਨੂੰ ਸਾਹਮਣੇ ਰੱਖ ਕੇ ਕੋਈ ਗੱਲ ਕਹਿਣ ਦੀ ਬਜਾਏ ਸੱਚ ਨੂੰ ਸਵੀਕਾਰ ਕਰਕੇ ਲੋਕਾਂ 'ਚ ਜਾਣਾ ਮੁਨਾਸਬ ਨਹੀਂ ਸਮਝਿਆ। ਜਿੱਥੋਂ ਤੱਕ ਤੁਸੀਂ ਕਿਹਾ ਵੀ ਇਹ ਕਦੋਂ ਤੋਂ ਹੋ ਗਈ, 2017 ਤੋਂ ਮੈਂ ਸਾਇਲੈਂਟ ਹਾਂ, ਲੇਕਿਨ 2019 ਦਾ ਇਲੈਕਸ਼ਨ ਜਿਹੜਾ ਸੀ ਪਾਰਲੀਮੈਂਟ ਦਾ, ਵੱਡੇਵਾਲ ਸਾਹਿਬ ਦਾ ਮੈਨੂੰ ਹੁਕਮ ਆਇਆ ਕਿ ਆਓ ਤੇ ਕਾਕਾ ਇਲੈਕਸ਼ਨ ਲੜੋ, ਅਤੇ ਮੈਂ ਉਹਨਾਂ ਨੂੰ ਜਵਾਬ ਨਹੀਂ ਦੇ ਸਕਿਆ। ਮੈਂ ਉਹ ਡਿਊਟੀ ਨਿਭਾਈ ਆਪਦੀ। ਇਹਨਾਂ ਨੇ ਮੈਨੂੰ ਸਿਆਸੀ ਸਲਾਹਕਾਰ ਆਪਦਾ ਸਿਆਸੀ ਪੋਲੀਟੀਕਲ ਸੈਕਟਰੀ ਲਾਇਆ ਸੀ ਇਹਨਾਂ ਨੇ ਮੈਨੂੰ, ਜਦੋਂ ਇਹ 2008 'ਚ ਐਕਟਿੰਗ ਪ੍ਰਧਾਨ ਬਣੇ ਜੀ। ਫਿਰ 9 ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਡਿਪਟੀ ਮੁੱਖ ਮੰਤਰੀ ਬਣ ਗਏ ਅਤੇ ਮੈਨੂੰ ਉਹਨਾਂ ਨੇ ਅਫੀਸ਼ੀਅਲ ਸਰਕਾਰ ਵਿੱਚ ਵੀ ਆਪਦਾ ਪੋਲੀਟੀਕਲ ਸੈਕਟਰੀ ਲਾਇਆ ਜੀ। ਉਦੋਂ ਸਰਕਾਰ ਨੇ ਮੈਨੂੰ ਕਾਰ ਵੀ ਦਿੱਤੀ, ਮੈਂ ਲਈ ਕਾਰ ਜੀ। ਡਰਾਈਵਰ ਮਿਲਿਆ, ਮੈਨੂੰ ਗਨਮੈਨ ਵੀ ਦਿੱਤੇ ਉਹਨਾਂ ਨੇ। ਜੋ ਸਹੂਲਤ ਸੀਗੀ ਜਿਹੜੀ ਹੈਗੀ ਆ ਉਹ ਘਰ ਦੀ ਸਹੂਲਤ ਮੈਂ ਨਹੀਂ ਲਈ ਕੋਈ। ਹਾਲਾਂਕਿ ਮੇਰੇ ਸਟੇਟਸ ਮੁਤਾਬਕ ਜਿਵੇਂ ਸ਼ੌਕ ਲੀਡਰ ਦਿਖਾਵੇ ਵਾਸਤੇ ਟੋਂ ਕਰਦੇ ਜਾਂਦੇ ਆ, ਮੂਹਰੀਆਂ ਗੱਡੀਆਂ ਮਗਰ ਗੱਡੀਆਂ, ਕਿਉਂਕਿ ਮੈਂ ਚੀਫ ਮਿਨਿਸਟਰ ਨਾਲ ਡਿਪਟੀ ਚੀਫ ਨਾਲ ਕੰਮ ਕਰਦਾ ਸੀ ਜੀ ਜੀ। ਲੇਕਿਨ ਮੈਂ ਉਹ ਸ਼ੌਕ ਰੱਖੇ ਨਹੀਂ। ਮੈਂ ਕਦੇ ਪਾਇਲਟ, ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਸੀ ਵੀ ਇਹਨਾਂ ਨੇ ਰਾਹ ਦੱਸਣਾ, ਮੇਰੇ ਨਾਲੋਂ ਵੱਧ ਰਾਹ ਕੌਣ ਜਾਣਦੇ, ਮੇਰੇ ਨਾਲੋਂ ਵੱਧ ਜਾਣਦੇ ਆ। ਅਸੀਂ ਤਾਂ 40-45 ਸਾਲ ਦੇ ਧੱਕੇ ਖਾਂਦੇ ਆ ਇਹਨਾਂ ਸੜਕਾਂ 'ਤੇ, ਇਹਨਾਂ ਰਾਹਾਂ 'ਚ, ਆਪਦੇ ਲੋਕਾਂ 'ਚ ਜੀ। ਫਿਰ 2012 ਦੀ ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ ਦੁਬਾਰਾ ਮੈਨੂੰ 14 ਵਿੱਚ ਦੁਬਾਰਾ ਫਿਰ ਜੀ ਉਹੀ ਕੁਰਸੀ ਦੇਤੀ, ਉਹੀ ਮੈਨੂੰ ਜਿਹੜਾ ਹੈਗਾ ਦੇਤੀ ਸਟੇਟਸ ਸਰਕਾਰ 'ਚ, ਕਿਉਂਕਿ ਇਹਨਾਂ ਦੇ ਪ੍ਰਧਾਨ ਦੇ ਤੌਰ 'ਤੇ ਤਾਂ ਮੈਂ ਲਗਾਤਾਰ ਕੰਮ ਕਰ ਹੀ ਰਿਹਾ ਸੀ। ਅੱਜ ਵੀ ਰਿਕਾਰਡ 'ਤੇ ਆ ਪੰਜਾਬ ਸਰਕਾਰ ਦੇ ਕਿ ਮੈਨੂੰ ਉਹ ਅਪਾਇੰਟਮੈਂਟ ਲੈਟਰ ਮਿਲ ਗਿਆ, ਉਹ 'ਚ ਜਿਵੇਂ ਲਿਖਿਆ ਹੁੰਦਾ ਕਿ ਮੈਡੀਕਲ ਕਰਾ ਲਓ ਅਤੇ ਤੁਸੀਂ ਜੁਆਇਨ ਕਰ ਲਓ ਜੀ। ਮੈਂ ਸੇਵਾ ਕਰਦਾ ਰਿਹਾ ਇਹਨਾਂ ਦੇ ਨਾਲ, ਮੈਂ ਜੁਆਇਨ ਨਹੀਂ ਕੀਤੀ ਡਿਊਟੀ। ਅੱਛਾ, ਕਾਗਜ਼ਾਂ 'ਚ? ਹਾਂ। ਨਾ ਮੈਂ ਕਾਰ ਲਈ, ਨਾ ਮੈਂ ਤਨਖਾਹ ਲਈ, ਨਾ ਮੈਂ ਜਿਹੜੀ ਹੈਗੀ ਕੋਈ ਸਟਾਫ ਲਿਆ। ਆਪਦੀ ਗੱਡੀ 'ਚ ਆਪਦਾ ਤੇਲ ਪਾ ਕੇ ਕੰਮ ਮੈਂ ਜਿਹੜਾ ਹੈਗਾ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਇਹਨਾਂ ਦਾ ਹੁੰਦਾ ਐਜ ਪੋਲੀਟੀਕਲ ਸੈਕਟਰੀ, ਚਾਹੇ ਉਹ ਪਾਰਟੀ ਦਾ ਹੋਵੇ ਜਾਂ ਸਰਕਾਰ ਵਾਲੇ ਪਾਸੇ ਹੁੰਦਾ ਕਿ ਲੋਕਾਂ ਦੇ ਕੰਮ ਧੰਦੇ ਕਰਨੇ, ਉਹ ਮੈਂ ਕਰਦਾ ਰਿਹਾ। ਮੇਰਾ ਮਤਲਬ ਕਹਿਣ ਦਾ ਵੀ ਬੇਅਦਬੀ ਵਾਲੀ ਘਟਨਾ ਜਿਹੜੀ ਹੈਗੀ ਆ ਗੁਰੂ ਸਾਹਿਬ ਵਾਲੀ, ਉਹ 15 'ਚ ਵਾਪਰਦੀ ਆ ਜੀ। ਮੈਂ 14 ਤੋਂ ਸਹੂਲਤਾਂ ਨਹੀਂ ਇਹ ਲਈਆਂ। ਮੈਨੂੰ ਦੀਂਦਾ ਸੀਗਾ ਕਿ ਗੱਡੀ ਜਿਹੜੀ ਹੈਗੀ ਆ ਇਹ ਖਤਾਨਾਂ ਵੱਲ ਨੂੰ ਹੋ ਲਈ, ਪਰ ਆਪਣਾ ਆਪ ਬਚਾ ਕੇ ਰੱਖੀਏ। ਹੁਣ ਪਾਰਟੀ ਦੇ ਵਫਾਦਾਰਾਂ ਨਾਲ ਰਹਿਣਾ, ਕੱਲ੍ਹ ਨੂੰ ਕਿਤੇ ਗੱਲ ਆਵੇ ਕੋਈ, ਅਕਸਰ ਹੁਣ ਮੀਡੀਆ ਇੰਨਾ ਪਾਵਰਫੁੱਲ ਆ, ਕੋਈ ਲੀਡਰ ਲੱਖ ਲੁਕੋਲੇ ਛੁਪ ਨਹੀਂ ਸਕਦਾ, ਪੁਰਾਣੇ ਬਰਾਬਰ ਚੱਕ ਲੈਂਦੇ ਅਗਲੇ। ਸਾਰਾ ਕੁਝ ਤੁਹਾਡਾ ਜਿਹੜਾ ਸਿਸਟਮ ਇੰਨਾ ਆ ਗਿਆ ਕਿ ਆ ਕੱਲ੍ਹ ਆ ਕਹਿੰਦਾ ਸੀ, ਅੱਜ ਆ ਕਹਿੰਦਾ ਸੀ। ਇਹ ਰਿਕਾਰਡ ਦੀਆਂ ਗੱਲਾਂ ਨੇ। ਇਹ ਤੁਹਾਡੀ ਇਸ ਗੱਲ 'ਚੋਂ ਮੈਨੂੰ ਮੇਰੀ ਗੱਲ ਦਾ ਜਵਾਬ ਮਿਲ ਗਿਆ ਕਿ ਵੀ ਇਹ ਚਿੱਠੀ ਹੋ ਸਕਦਾ ਮੀਡੀਆ 'ਚ ਅੱਜ ਆਈ ਹੈ, ਪਰ ਤੁਹਾਡੇ ਦਿਲ 'ਚ ਬੜੇ ਚਿਰ ਤੋਂ ਸੀ। ਮੈਂ ਜਿਹੜੀ ਚਿੱਠੀ ਤੁਸੀਂ ਲਿਖੀ ਹੈ, ਮੈਂ ਚਾਹੁੰਦਾ ਕਿ ਇਹਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਲਿਖੀਆਂ ਨੇ, ਜਿਵੇਂ ਜਿਵੇਂ ਕੀਤੀਆਂ ਨੇ, ਇਹਨਾਂ ਨੂੰ ਥੋੜ੍ਹਾ ਜਿਹਾ ਹੋਰ
ਆਪਾਂ ਉਹਨਾਂ ਦੀ ਵਿਆਖਿਆ ਕਰ ਲਈਏ। ਜਿੱਦਾਂ ਸਤਿਕਾਰਯੋਗ ਪ੍ਰਧਾਨ ਜੀ ਉਹ ਤੁਸੀਂ ਜਿੰਨੀ ਵਾਰ ਵੀ ਚਿੱਠੀ ਦੇ ਵਿੱਚ ਲਿਖਿਆ, ਪ੍ਰਧਾਨ ਸਾਹਿਬ ਹੀ ਲਿਖਿਆ, ਇਹਦੇ 'ਚ ਜਿਹੜਾ ਜ਼ਿਕਰ ਤੁਸੀਂ ਇਹ ਕਰਦੇ ਹੋ ਕਿ ਵੀ ਤੁਹਾਡੇ ਫੈਸਲੇ ਨੂੰ ਸਹਿਮਤ ਨਾ ਹੁੰਦਿਆਂ ਵੀ ਮੈਂ ਪ੍ਰਚਾਰਦਾ ਰਿਹਾ ਵੀ ਉਹ ਠੀਕ ਹੈ, ਇਹ ਉਸੇ ਦੌਰ ਦੀ ਗੱਲ ਹੈ ਵੀ ਜਦੋਂ ਤੁਹਾਨੂੰ ਫੈਸਲੇ ਲੱਗੇ ਵੀ ਆਹ ਠੀਕ ਨਹੀਂ ਹੈ ਪਰ ਫਿਰ ਵੀ ਤੁਸੀਂ ਸਹੀ ਠਹਿਰਾਏ, ਅਤੇ ਕਿਹੜੇ ਫੈਸਲੇ ਸੀ ਜਿਹੜੇ ਤੁਹਾਨੂੰ ਲੱਗੇ ਕਿ ਆਹ ਗਲਤ ਹੈ ਪਰ ਫਿਰ ਵੀ ਕਹਿਣਾ ਪਿਆ ਵੀ ਠੀਕ ਹੈ? ਬਿਲਕੁਲ ਤੁਹਾਡੀ ਗੱਲ ਠੀਕ ਆ। ਰਾਜਨੀਤਿਕ ਪਾਰਟੀਆਂ ਦਾ ਇੱਕ ਸਿਸਟਮ ਹੁੰਦਾ ਕਿ ਜਦੋਂ ਤੁਸੀਂ ਪਾਰਟੀ ਵਿੱਚ ਕੰਮ ਕਰਦੇ ਹੋ, ਕਿਸੇ ਜ਼ਿੰਮੇਵਾਰ ਅਹੁਦੇ 'ਤੇ ਹੋ, ਤੁਹਾਨੂੰ ਪਾਰਟੀ ਦੇ ਡਿਸਪਲਿਨ ਵਿੱਚ ਰਹਿਣਾ ਪੈਂਦਾ। ਖਾਸ ਕਰਕੇ ਜਿਹੜੇ ਲੋਕ ਇਸ ਗੱਲ ਨੂੰ ਸਮਝਦੇ ਆ, ਜਿਹੜੇ ਰੋਜ਼ ਲੀਹ ਪਾੜੀ ਜਾਵੋਗੇ ਫਿਰ ਪਾਰਟੀਆਂ 'ਚ ਨਾ ਤੁਸੀਂ ਰਹਿ ਸਕਦੇ ਹੋ ਨਾ ਪਾਰਟੀਆਂ ਤੁਹਾਨੂੰ ਰੱਖ ਸਕਦੀਆਂ। ਬਿਲਕੁਲ ਸਹੀ। ਜਿਹੜਾ ਸਿਆਸੀ ਸਲਾਹਕਾਰ ਹੁੰਦਾ ਉਹਨੇ ਜੋ ਲੋਕਾਂ ਦੀ ਫੀਡਬੈਕ ਆ ਉਹ ਲੀਡਰ ਤੱਕ ਪਹੁੰਚਾਉਣੀ ਹੁੰਦੀ ਆ ਜੀ। ਲੋਕਾਂ ਵਿੱਚ ਪਰਸੈਪਸ਼ਨ ਆ ਬਣ ਰਹੀ ਆ, ਆਪਾਂ ਨੂੰ ਇਹਦੇ 'ਤੇ ਐਂ ਕਰਨਾ ਹੁੰਦਾ, ਲੇਕਿਨ ਡਿਸੀਜਨ ਤਾਂ ਲੀਡਰ ਨੇ ਲੈਣਾ ਹੁੰਦਾ ਫੈਸਲਾ, ਅਤੇ ਉਹਦਾ ਜਿਹੜਾ ਐਸੋਸੀਏਟ ਉਹਦਾ ਹੁੰਦਾ ਸਿਆਸੀ ਸਲਾਹਕਾਰ ਜਾਂ ਸਿਆਸੀ ਸਕੱਤਰ, ਉਹ ਨੈਚੁਰਲੀ ਆ ਉਹਦਾ ਪਾਬੰਦ ਹੁੰਦਾ। ਪਬਲਿਕਲੀ ਨਹੀਂ ਉਹ ਜਾ ਸਕਦਾ ਬਾਹਰ। ਤੇ ਅੱਜ ਸ਼ਾਇਦ ਇਹ ਲੋਕ ਬਹੁਤ ਕਹਿੰਦੇ ਹੋਣਗੇ ਉਦੋਂ ਕਿਉਂ ਨਹੀਂ ਬੋਲੇ, ਪਹਿਲਾਂ ਕਿਉਂ ਨਹੀਂ ਬੋਲੇ। ਇਹ ਤਾਂ ਲੋਕਾਂ ਨੇ ਕਹਿਣਾ ਹੀ ਹੈ, ਉਹਦਾ ਵੀ ਜਵਾਬ ਤੁਹਾਨੂੰ ਦੇਣਾ ਹੀ ਪੈਣਾ। ਹਾਂ ਬਿਲਕੁਲ ਜੀ, ਲੋਕਾਂ ਦਾ ਰਾਈਟ ਹੈ ਗੱਲਾਂ ਕਰਨ ਦਾ। ਲੇਕਿਨ ਮੈਂ ਜਿਹੜਾ ਹੈਗਾ, ਜਿਵੇਂ ਮੈਂ ਕਿਹਾ ਇਹ ਸਰਕਾਰ ਕੋਲੇ ਰਿਕਾਰਡ ਆ ਕਿ ਮੇਰਾ ਸਰਕਾਰੀ ਰਿਕਾਰਡ ਹਾਂਜੀ ਜੀ ਜੀ, ਇੱਥੋਂ ਤੱਕ ਵੀ ਸੀਗਾ, ਤੁਸੀਂ ਹੈਰਾਨ ਮੰਨੋਗੇ ਮੇਰੇ ਨਾਲ ਸਰਕਾਰ ਦਾ ਕੋਈ ਡਰਾਈਵਰ ਨਹੀਂ ਰਹਿੰਦਾ ਸੀ ਜੀ। ਅੱਛਾ ਜੀ। ਉਹ ਮੈਂ ਇੱਕ ਦਿਨ ਜਦੋਂ ਪਹਿਲੀ ਵਾਰੀ ਮੈਨੂੰ ਕਾਰ ਅਲਾਟ ਕੀਤੀ ਤੇ ਜਦੋਂ ਮੈਂ ਤੁਰਨ ਲੱਗਾ ਤੇ ਕੈਮਰੀ ਗੱਡੀ ਸੀ, ਤੇ ਮੈਂ ਕਿਹਾ ਵੀ ਚੱਲੀਏ ਆਪਾਂ ਗੱਡੀ ਸਟਾਰਟ ਕਰ ਲਓ। ਕਹਿੰਦੇ ਜੀ ਡਰਾਈਵਰ ਤੇਲ ਪਾਉਣ ਗਿਆ। ਤੇ ਉਹਨੂੰ ਇੰਨੀ ਕਿਦਾ ਸਮਝ ਹੈਗੀ ਆ, ਗੱਡੀਆਂ ਗੁੱਡੀਆਂ ਤੇ ਚੜ੍ਹਦੇ ਰਹੇ ਜਾਂ ਚੜ੍ਹਦੇ ਵੇਖਿਆ ਲੋਕਾਂ ਨੂੰ। ਤੇ ਮੈਂ ਕਿਹਾ ਯਾਰ ਇਹਦਾ ਤਾਂ 70-75 ਲੀਟਰ ਦਾ ਟੈਂਕ ਹੋਏਗਾ, ਕੱਲ ਵੀ ਤੇਲ ਪਵਾਇਆ ਸੀਗਾ, ਆਪਾਂ ਤਾਂ ਸਫ਼ਰ ਨਹੀਂ ਇੰਨਾ ਕੀਤਾ। ਉਹ ਮੇਰਾ ਜਿਹੜਾ PSO ਸੀ ਉਹ ਕਹਿੰਦਾ ਸਰ ਇਹ ਸੱਜਾ ਖੱਬਾ ਜਿਹਾ ਕਰਦੇ ਹੁੰਦੇ ਆ। ਅੱਛਾ, ਤੇਲ 'ਚ? ਹਾਂ। ਮੈਂ ਕਿਹਾ ਕੈਮਰੇ 'ਚੋਂ ਤੇਲ ਕੱਢਿਆ ਨਹੀਂ ਜਾ ਸਕਦਾ। ਉਹ ਕਹਿੰਦਾ ਜੀ ਮੂਹਰੇ ਇਹ ਕੋਈ ਸੁੱਚ ਲਾ ਕੇ ਪਲੱਗ 'ਚ ਬਿਜਲੀ ਵਾਲੇ ਦਬ ਕੇ ਮੀਟਰ ਮੂਟਰ ਪਿੱਛੇ ਕਰ ਲੈਂਦੇ, ਇਹਨਾਂ ਦਾ ਹਿਸਾਬ ਇਹਨਾਂ ਨੂੰ ਨਹੀਂ ਪਤਾ। ਤੇ ਮੈਂ ਬਹਿੰਦਿਆਂ ਸਾਰ ਜਦੋਂ ਡਰਾਈਵਰ ਸਾਹਿਬ ਗੱਡੀ 'ਚ ਬੈਠ ਗਏ, ਮੈਂ ਉਹਨੂੰ ਰੱਖਿਆ, ਮੈਂ ਕਿਹਾ ਕਾਕਾ ਜੀ ਇੱਕ ਗੱਲ ਧਿਆਨ ਨਾਲ ਸੁਣ ਲਓ, ਇਹ ਗੱਡੀ ਮੈਨੂੰ ਅਲਾਟ ਹੋਈ ਆ, ਸਰਕਾਰ ਨੇ ਕੀਤੀ ਆ, ਇਹਦੇ 'ਚ 19 ਹੀ ਹੋ ਗਈ, ਜਵਾਬਦੇਹ ਮੈਂ ਆ। ਮੈਂ ਕਾਰਾਂ ਦਾ ਗੈਰ ਇਸਤੇਮਾਲ ਹੁੰਦਿਆਂ 'ਚ ਲੀਡਰ ਅੰਦਰ ਜਾਂਦੇ ਵੇਖਿਆ। ਇਹ ਕਾਰ ਵਿੱਚ ਤੇਲ ਉਦੋਂ ਪੈਣਾ ਜਦੋਂ ਮੈਂ ਗੱਡੀ ਦੇ ਵਿੱਚ ਬੈਠਾ ਹੋਊਂਗਾ, ਅਦਰਵਾਈਜ਼ ਉਹ ਪਰਚੀ ਸਾਈਨ ਨਹੀਂ ਹੋਣੀ। ਅੱਛਾ ਜੀ, ਮਤਲਬ ਇਹ ਨਹੀਂ ਵੀ ਤੇਲ ਬਾਰੇ ਬਾਰ ਪੈਂਦਾ ਰਹੇ। ਹਾਂ, ਕਿਉਂਕਿ ਇਹ ਗੱਡੀ ਤੁਹਾਨੂੰ ਨਹੀਂ ਅਲਾਟ ਹੋਈ, ਮੈਨੂੰ ਦਿੱਤੀ ਹੈ ਸਰਕਾਰ ਨੇ, ਇਹਦਾ ਜਵਾਬਦੇਹ ਮੈਂ ਆ। ਤੇ ਲੋਕਬੁੱਕ ਸਵੇਰੇ ਵੀ ਚੈੱਕ ਕਰਦਾ ਸੀ, ਤੇ ਮੈਂ ਰਾਤ ਨੂੰ ਸ਼ਾਮ ਨੂੰ ਵੀ ਲੋਕਬੁੱਕ 'ਤੇ ਆਪ ਸਾਈਨ ਕਰਦਾ ਸੀ ਜਾਂ ਮੇਰਾ PSO ਕਰਦਾ ਸੀ ਦੇਖ ਕੇ। ਉਸ ਤੋਂ ਬਾਅਦ ਫਿਰ ਡਰਾਈਵਰ ਨਹੀਂ ਕੋਈ ਰਿਹਾ ਜੀ। ਠੀਕ ਹੈ, ਉਹਨਾਂ ਲੱਗਿਆ ਵੀ ਨਾ ਸਰਦਾਰ ਹੋਣਾ ਆਪ ਕੋਈ ਛਕਣਾ ਤੇ ਨਾ ਛਕਣ ਦੇਣਾ, ਤੇ ਆਪਾਂ ਨਾਲ ਨਹੀਂ ਰਹਿਣਾ। ਅੱਛਾ, ਇਹ ਗੱਲ ਜਿਹੜੀ ਮੈਂ ਫੈਸਲਿਆਂ 'ਤੇ ਆ ਰਿਹਾ ਸੀ, ਚਲੋ ਆਪਾਂ ਅੱਗੇ ਹੌਲੀ ਹੌਲੀ ਤੁਰਦੇ ਹਾਂ। ਤੁਸੀਂ ਇਹ ਗੱਲ ਕਹੀ ਕਿ ਵੀ 100 ਸਾਲਾਂ ਦਾ ਜਿਹੜਾ ਇਤਿਹਾਸ ਹੈ ਉਹ ਪਹਿਲੀ ਵਾਰ ਉਹਨੂੰ ਨਮੋਸ਼ੀ ਝੱਲਣੀ ਪਈ ਹੈ ਇਸ ਐਡੀ ਵੱਡੀ ਪਾਰਟੀ ਨੂੰ। ਇਹਦੇ ਤੁਸੀਂ ਜ਼ਿਕਰ ਕਰਦੇ ਹੋ ਕਿ ਜਿਵੇਂ 2014 'ਚ ਸਾਨੂੰ ਵਾਹਗਾ ਬਾਰਡਰ ਤੋਂ ਰਾਜਪੁਰੇ ਤੱਕ ਭਾਜਪਾ ਚੰਗੀ ਲੱਗੀ, ਯਾਨੀ ਕਿ ਪੰਜਾਬ ਦੀ ਗੱਲ ਹੋ ਗਈ। ਫਿਰ ਅੰਬਾਲੇ ਤੋਂ ਦਿੱਲੀ ਬਾਰਡਰ ਤੱਕ ਮਾੜੀ ਲੱਗਣ ਲੱਗ ਪਈ, ਫਿਰ ਹਿੰਦੁਸਤਾਨ 'ਚ ਚੰਗੀ ਲੱਗਣ ਲੱਗ ਪਈ, ਅਤੇ ਹੁਣ ਤੁਸੀਂ ਜਬਰੀ ਕਹਿੰਦੇ ਵੀ ਹਰਿਆਣੇ ਚੋਣ ਭਾਜਪਾ ਦੇ ਖਿਲਾਫ ਲੜੀ। ਲੋਕ ਪੁੱਛਦੇ ਸੀ ਵੀ ਭਾਜਪਾ ਇਕੱਲੀ ਹਰਿਆਣੇ 'ਚ ਹੀ ਮਾੜੀ ਹੈ, ਦਿੱਲੀ 'ਚ ਬਾਈਕਾਟ, ਹਰਿਆਣੇ 'ਚ ਮੁਕਾਬਲਾ, ਪੰਜਾਬ 'ਚ ਸਾਂਝ। ਤੁਸੀਂ ਅੱਗੇ ਸ਼ਬਦ ਲਿਖਿਆ ਬਚਕਾਨਾ ਕਾਰਵਾਈਆਂ। ਉਹਦਾ ਇਹ ਹੁੰਦਾ ਜੀ, ਜਿਹੜਾ ਲੀਡਰ ਹੁੰਦਾ ਕਿਸੇ ਵੀ ਪਾਰਟੀ ਦਾ ਹੋਵੇ, ਚਾਹੇ ਪਰਿਵਾਰ ਦਾ ਮੁਖੀ ਹੋਵੇ, ਉਹ ਉਮਰ ਛੋਟੀ ਵੱਡੀ ਹੋਵੇ, ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਜੀ। ਮੇਰਾ ਇਹ ਮੰਨਣਾ ਕਿ ਮਨੁੱਖ ਨੂੰ ਜਾਂ ਤਾਂ ਜਦੋਂ ਮਨੁੱਖ ਉਮਰ ਦਰਾਜ ਹੋ ਜਾਂਦਾ ਤਾਂ ਤਜਰਬਾ ਸਿਆਣਾ ਕਰਾਉਂਦਾ ਜੀ, ਜਾਂ ਉਹ ਜਿਹੜੀ ਕੁਰਸੀ ਤੇ ਬੈਠਾ ਉਹਨੂੰ ਅਹਿਸਾਸ ਹੁੰਦਾ, ਉਹ ਸਿਆਣਪ ਵਗੇ ਵੀ ਤੂੰ ਇਹ ਕੁਰਸੀ ਤੇ ਬੈਠਾ, ਇੱਥੇ ਅਕਲ ਵਾਲੀਆਂ ਗੱਲਾਂ ਕਰਨੀਆਂ। ਤੁਕ ਨਹੀਂ ਬਣਦੀ ਸੀ ਕਿ ਭਾਜਪਾ ਨਾਲ ਸਾਡਾ ਅਲਾਇੰਸ ਆ ਪੁਰਾਣਾ ਪੰਜਾਬ 'ਚ ਆ, ਕਿ ਹਰਿਆਣੇ 'ਚ ਅਸੀਂ ਤੇ ਉਲਟ ਲੜੀਏ ਜੀ। ਨਹੀਂ, ਫਿਰ ਵਿੱਚ ਟਾਲਿਆਂ ਵਾਲੀ ਭਾਈ ਵਾਲੀ ਛੱਡਣੀ ਪੈਣੀ ਨਾ ਜੀ, ਉਹ ਤਾਂ ਸਾਰਿਆਂ ਨੂੰ ਪਤਾ ਸੀ। ਮੈਂ ਇਹ ਕਹਿੰਦਾ ਵੀ ਜਦੋਂ ਬਾਹਲੀ ਪਾਸ ਬੇੜੀਆਂ 'ਚ ਪੈਰ ਧਰ ਲਏ ਫਿਰ ਇਹੀ। ਅੱਛਾ, ਫਿਰ ਲੀਡਰਾਂ ਨੂੰ ਤਾਂ ਪ੍ਰੈਸ ਸਵਾਲ ਕਰਦੀ ਆ, ਉਹ ਜਵਾਬ ਦੇ ਦਿੰਦੇ ਆ। ਜਿਹੜੇ ਇਹਨਾਂ ਨਾਲ ਐਸੋਸੀਏਟ ਹੁੰਦੇ, ਜਿਵੇਂ ਮੈਂ ਸਿਆਸੀ ਸਕੱਤਰ ਸੀ, ਲੋਕ ਤਾਂ ਮੈਨੂੰ ਪੁੱਛਦੇ ਆ ਨਾ ਜੀ ਵੀ ਤੁਹਾਡੇ ਲੀਡਰ ਨੇ ਤੁਸੀਂ ਆਹ ਕਿਆ ਫੈਸਲਾ ਕੀਤਾ। ਜੀ ਜੀ ਜੀ। ਨਹੀਂ, ਕਿਉਂਕਿ ਤੁਹਾਡੇ ਨਾਲ ਸਿਆਸੀ ਸਲਾਹਕਾਰ ਸ਼ਬਦ ਵੀ ਜੁੜਦਾ, ਤੁਸੀਂ ਸਲਾਹ ਨਹੀਂ ਸੀ ਦਿੰਦੇ ਉਦੋਂ ਫਿਰ ਵੀ ਆਪਾਂ ਇੱਦਾਂ ਨਾ ਕਰੀਏ ਜੀ।
ਵੈਸੇ ਤਾਂ ਹੁਣ ਜੇ ਦੂਜੇ ਲੀਡਰ ਵੀ ਕਹਿੰਦੇ ਆ, ਮੈਂ ਵੀ ਜੇ ਕਹਾਂ ਤੇ ਉਹ ਕੀ ਕਹਿਣਗੇ ਹੁਣ ਗੱਲਾਂ ਕਰਦੇ ਆ। ਸਲਾਹ ਹਰ ਵਾਰੀ ਦਿੰਦਾ, ਇਹ ਪੋਲੀਟੀਕਲ ਸੈਕਟਰੀ ਦਾ ਫਰਜ਼ ਤੇ ਡਿਊਟੀ ਹੁੰਦੀ ਹੈ ਜੀ। ਲੇਕਿਨ ਫੈਸਲਾ ਜਦੋਂ ਲੀਡਰ ਨੇ ਕਰ ਲਿਆ ਫਿਰ ਉਸ ਫੈਸਲੇ ਦਾ ਪਾਬੰਦ ਹੁੰਦਾ ਜਿੰਨਾ ਚਿਰ ਪਾਰਟੀ ਦੇ ਵਿੱਚ ਆ। ਬਿਲਕੁਲ ਸਹੀ। ਯਾਨੀ ਕਿ ਹੁਣ ਇਹ ਗੱਲਾਂ ਆਪਾਂ ਤਾਂ ਕਰ ਰਹੇ ਹਾਂ ਕਿਉਂਕਿ ਤੁਸੀਂ ਪਾਰਟੀ ਛੱਡ ਚੁੱਕੇ ਹੋ, ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਤੁਸੀਂ ਜਿਹੜੀ ਮੈਂ ਚਿੱਠੀ ਲਿਖੀ ਆ ਜੀ ਜੀ ਇਹਦੇ ਵਿੱਚ ਮੈਂ ਕਦੇ ਵੀ ਮੈਂ ਰਾਜਨੀਤੀ ਦੀ ਜਿਹੜੀ ਹੋਲੀ ਆ ਉਹ ਗੁਲਾਲ ਨਾਲ ਖੇਡਦਾ, ਗੋਹਾ ਘੋਲ ਕੇ ਕਦੇ ਨਹੀਂ ਖੇਡੀ। ਮੈਂ ਕਿਸੇ ਤੇ ਕਦੇ ਜ਼ਿੰਦਗੀ 'ਚ ਜਾਤੀ ਉਹਦਾ ਜਾਂ ਕੋਈ ਨਹੀਂ ਕੀਤਾ ਹੈਗਾ। ਮੈਂ ਸਿਆਸਤ ਨੂੰ ਡਿਸਕਸ ਕਰਦਾ। ਬਦਕਿਸਮਤੀ ਆ ਅੱਜ ਪੰਜਾਬ ਦੀ ਤੇ ਦੇਸ਼ ਦੀ, ਲੋਕੀ ਲੀਡਰ ਐਡੀ ਨੀਵੀਂ ਪੱਧਰ ਤੇ ਆ ਕੇ ਇੱਕ ਦੂਜੇ ਨੂੰ ਗਾਲਾਂ ਤੱਕ ਕੱਢਣ ਆ ਗਏ। ਜਿਹੜੀਆਂ ਪਾਰਟੀ ਦੀਆਂ ਪਾਲਿਸੀਆਂ ਉਹਨਾਂ ਨੂੰ ਕੋਈ ਡਿਸਕਸ ਨਹੀਂ ਕਰਦਾ, ਨਾ ਉਹਨਾਂ ਤੇ ਕੋਈ ਡਿਬੇਟ ਹੁੰਦੀ ਹੈ। ਨਹੀਂ, ਪਰ ਕਾਰਨ ਇਹ ਨਾ ਜੀ, ਪਾਲਿਸੀਆਂ ਤੇ ਡਿਬੇਟ ਕਰਾਂਗੇ ਤੇ ਫਿਰ ਗੱਲ ਲੱਭਣੀ ਨਹੀਂ, ਜੇ ਨਿੱਜੀ ਹਮਲਾ ਕਰਾਂਗੇ ਤੇ ਫਿਰ ਅਗਲਾ ਚੁੱਪ ਕਰ ਜੂ। ਦੋਵੇਂ ਪੱਖ ਹੈ ਜੀ। ਜੇ ਪਾਲਿਸੀਆਂ ਤੇ ਡਿਸਕਸ ਕਰੋਗੇ ਤੇ ਡਿਬੇਟ ਕਰੋਗੇ ਜੀ, ਲੀਡਰਾਂ ਨੂੰ ਵੋਟਾਂ ਨਹੀਂ ਮਿਲਣੀਆਂ, ਜਿਹੜੇ ਚੈਨਲ ਆ ਉਹਨਾਂ ਨੂੰ TRP ਨਹੀਂ ਮਿਲਣੀ। ਠੀਕ ਹੈ ਜੀ, ਬਿਲਕੁਲ ਸਹੀ, ਇਹ ਸੱਚਾਈ ਆਪੋ ਹੈ। ਆਪਣਾ ਮਫਾਦ ਆ। ਨਹੀਂ, ਮੰਨਦੇ ਆ ਜੀ, ਮੰਨਦੇ ਬਿਲਕੁਲ ਇਦਾਂ ਹੀ। ਜਿਹੜੀਆਂ ਕਲਮਾਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਦੇਸ਼ ਵਿੱਚ, ਪੰਜਾਬ ਵਿੱਚ ਇਹੋ ਜਿਹੀਆਂ ਕਲਮਾਂ ਨੇ ਜਿਨ੍ਹਾਂ ਨੇ ਲਹਿਰਾਂ ਪੈਦਾ ਵੀ ਕੀਤੀਆਂ ਤੇ ਰੁੱਖ ਵੀ ਮੋੜੇ ਜੀ। ਲੇਕਿਨ ਮੇਰਾ ਇਹ ਮੰਨਣਾ ਕਿ ਜਿਹੜੀਆਂ ਕਲਮਾਂ ਲੋੜ ਤੋਂ ਜ਼ਿਆਦਾ ਹਕੂਮਤ ਦੀ ਸਿਫਤ ਕਰਦੀਆਂ ਉਹ ਬਕਾਊ ਹੁੰਦੀਆਂ। ਬਿਲਕੁਲ ਸਹੀ। ਅੱਛਾ, ਹੁਣ ਆਪਾਂ ਮੈਂ ਕਿਹਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਜੀ 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 ਜੀ, ਮੈਂ ਕਿਹਾ ਫਰਾਂਸ ਦੇ ਇੱਕ ਬਹੁਤ ਵੱਡੇ ਲੀਡਰ ਸੀ, ਸ਼ਾਇਦ ਉਪ ਰਾਸ਼ਟਰਪਤੀ ਸਨ, ਦੇਰ ਹੋ ਗਈ ਪੜ੍ਹਿਆ। ਜੀ ਜੀ ਜੀ, ਉਹਨਾਂ ਨੇ ਲਿਖਿਆ ਸੀ, ਮੈਂ ਪੜ੍ਹਿਆ ਕਿ ਸਮਝੌਤਿਆਂ ਦੀ ਰਾਜਨੀਤੀ, ਮੂਰਖਾਂ ਦੀ ਦੋਸਤੀ ਤੇ ਫੁੱਲਾਂ ਦੀ ਖੁਸ਼ਬੂ ਇਹ ਹੰਢਣਸਾਰ ਨਹੀਂ ਹੁੰਦੀਆਂ, ਥੋੜ ਚਿਰੀਆਂ ਹੁੰਦੀਆਂ। ਜੀ ਜੀ, MLA MP ਬਣਨਾ, ਵਜ਼ੀਰ ਬਣਨਾ, ਮੁੱਖ ਮੰਤਰੀ ਬਣਨਾ, ਪ੍ਰਧਾਨ ਮੰਤਰੀ ਬਣਨਾ ਇਹ ਲੀਡਰ ਦਾ ਪੈਮਾਨਾ ਨਹੀਂ। ਲੀਡਰ ਦਾ ਪੈਮਾਨਾ ਕਿ ਉਹ ਜਿਹੜੀ ਉਸ ਪਾਰਟੀ ਦੀ ਆਈਡੀਓਲੋਜੀ ਆ, ਜਿਹੜੀ ਉਹਦਾ ਸਿਧਾਂਤ ਆ, ਉਹਨੂੰ ਲੋਕਾਂ 'ਚ ਪ੍ਰਚਾਰ ਕਰਕੇ ਲੋਕਾਂ ਦੇ ਹੱਕ ਲਈ ਲੋਕਾਂ ਨੂੰ ਲੀਡ ਕਰੇ। ਬਿਲਕੁਲ ਸਹੀ, ਉਹਨੂੰ ਲੀਡਰਸ਼ਿਪ ਕਹਿੰਦੇ ਆ। ਮੈਂ ਤਾਂ ਇੱਕ ਪਾਰਟੀ ਵਿੱਚ ਜਾਂ ਉਹਨਾਂ ਨਾਲ ਇੱਕ ਛੋਟਾ ਜਿਹਾ ਪੁਰਜਾ ਸੀ ਜੀ, ਜੀ ਜੀ ਜੀ, ਜਿਹੜਾ ਕਿਤੇ ਥੱਲੇ ਲੱਗਿਆ ਹੋਇਆ ਦਿਸਦਾ ਵੀ ਨਹੀਂ ਹੈ। ਫਰੰਟ ਤੇ ਤਾਂ ਪਾਲਿਸੀਆਂ ਤਾਂ ਉਹਨਾਂ ਦੀ ਜਿਹੜੀਆਂ ਹੋਣੀਆਂ, ਮੈਂ ਤਾਂ ਜੋ ਡਿਊਟੀ ਸੀ ਕੱਲ੍ਹ ਤੱਕ, ਜੋ ਉਹਨਾਂ ਨੇ ਮੈਨੂੰ ਕਿਹਾ, ਜਾਂ ਜਦੋਂ ਮੈਂ ਕਿਹਾ ਮੈਂ 17 ਤੋਂ ਬਾਅਦ ਮੈਂ ਪਿੱਛੇ ਹਟ ਗਿਆ, ਘਰ ਬਹਿ ਗਿਆ, ਤੇ ਉਹ ਮੈਂ ਆਪਦੀ ਡਿਊਟੀ ਸਮਝ ਕੇ ਕਰਦਾ ਰਿਹਾ। ਚਾਹੇ ਉਦੋਂ ਬੇਅਦਬੀ ਦੇ ਦੋਸ਼ ਵੀ ਲੱਗ ਗਏ ਸੀ, ਧੱਬੇ ਵੀ ਲੱਗ ਗਏ ਸੀ, ਜੀ ਜੀ, ਹੋਰ ਵੀ ਬਹੁਤ ਸਾਰੀਆਂ ਗੱਲਾਂ ਆ ਗਈਆਂ, ਕਦੇ ਰੇਤੇ ਦੇ ਲੱਗ ਗਏ, ਕਦੇ ਡਰੱਗ ਦੇ ਲੱਗ ਗਏ, ਕਿਤੇ ਗਏ। ਤੁਸੀਂ ਕਿਤੇ TV ਅਖਬਾਰ 'ਚ ਦੇਖਿਆ ਹੋਊਗਾ, ਮੈਂ ਡਿਫੈਂਡ ਨਹੀਂ ਕਰਦਾ ਕਦੇ ਵੀ। ਅੱਛਾ, ਆਪਾਂ ਇਹ ਸਾਰੀਆਂ ਗੱਲਾਂ ਵਿਚਾਰ ਹੀ ਲਈਏ। ਹੁਣ ਤਾਂ ਤੁਸੀਂ ਕਿਉਂਕਿ ਉਸ ਸਮੇਂ ਦੇ ਨਾਲ ਰਹੇ ਹੋ, ਤੁਹਾਨੂੰ ਅੰਦਰਲੇ ਫੈਸਲਿਆਂ ਦਾ ਬਹੁਤ ਸਾਰਿਆਂ ਦਾ ਪਤਾ। ਇੱਥੇ ਤੁਸੀਂ ਆਪਣੀ ਚਿੱਠੀ 'ਚ ਇਹ ਜ਼ਿਕਰ ਕਰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਜਦੋਂ ਇਹ ਸਾਰਾ ਕੁਝ ਸਾਹਮਣੇ ਆਇਆ ਨਾ, ਤੇ ਪ੍ਰਧਾਨ ਸਾਹਿਬ ਤੁਸੀਂ ਉਹਦੇ ਤੋਂ ਪਾਸਾ ਵੱਟ ਲਿਆ ਤੇ ਇੱਕ ਡੇਰੇ ਵਾਲੇ ਪਾਸੇ ਤੁਸੀਂ ਨਰਮ ਰੁੱਖ ਅਖਤਿਆਰ ਕੀਤਾ, ਤੇ ਉਸ ਤੋਂ ਬਾਅਦ ਮਾਫੀ ਮੰਗਾਉਣ ਦੀ ਗੱਲ ਵੀ ਤੁਸੀਂ ਕਰਦੇ ਹੋ, ਤੇ ਡੇਰੇ ਵਾਲੇ ਦੀ ਫਿਲਮ ਚਲਾਉਣ ਦਾ ਦੋਸ਼ ਵੀ ਤੁਸੀਂ ਚਿੱਠੀ 'ਚ ਲਾਉਂਦੇ ਹੋ। ਇਹ ਉਦੋਂ ਜਦੋਂ ਕੁਝ ਹੋ ਰਿਹਾ ਸੀ, ਉਦੋਂ ਤੁਸੀਂ ਵਿੱਚ ਹੀ ਸੀ ਪਾਰਟੀ ਦੇ, ਉਦੋਂ ਕੁਝ ਅੰਦਰਲੀ ਗੱਲ ਤੁਹਾਨੂੰ ਲੱਗਦਾ ਹੋਵੇ ਤੁਸੀਂ ਕਹੀ ਹੋਵੇ, ਮੰਨੀ ਨਾ ਗਈ ਹੋਵੇ? ਮੈਂ ਦੱਸਦਾ ਜੀ ਤੁਹਾਨੂੰ ਅੱਜ ਕੈਮਰੇ ਦੇ ਸਾਹਮਣੇ ਕਿ ਜਿਸ ਦਿਨ ਗੋਲੀ ਚੱਲੀ ਆ ਕੋਟਕਪੂਰੇ, ਲਾਠੀਚਾਰਜ ਗੋਲੀ ਚੱਲੀ ਆ, ਤੇ ਬਹਿਬਲ ਕਲਾਂ ਜਿੱਥੇ 2 ਸਿੰਘ ਸ਼ਹੀਦ ਹੋ ਗਏ, ਸਰਦਾਰ ਸੁਖਬੀਰ ਸਿੰਘ ਬਾਦਲ ਬੰਬੇ ਗਏ ਹੋਏ ਸੀ ਜੀ। ਮੁੱਖ ਮੰਤਰੀ ਸਾਹਿਬ ਨੇ ਹੁਕਮ ਕਰਕੇ ਇਹਨਾਂ ਨੂੰ ਬੁਲਾਇਆ। ਇਹ ਦੁਪਹਿਰੇ 12 ਕੁ ਵਜੇ ਏਅਰਪੋਰਟ ਤੋਂ ਉਤਰੇ। ਹੋਰ ਵੀ ਬਹੁਤ ਸਾਰੇ ਅਫਸਰ ਸੀਗੇ ਜਿਹੜੇ ਮੇਰੀ ਗੱਲ ਸੁਣਨਗੇ, ਉਹ ਜਸਟੀਫਾਈ ਕਰਨਗੇ ਇਸ ਗੱਲ ਨੂੰ ਕਿ ਇਹ ਠੀਕ ਹੈ ਗੱਲ। ਅਸੀਂ ਖਾਣਾ ਦੁਪਹਿਰ ਦਾ ਇਕੱਠਾ ਖਾਧਾ ਟੇਬਲ ਤੇ ਬਹਿ ਕੇ, ਤੇ ਆਉਂਦਿਆਂ ਸਾਰ ਤੇ ਮੈਂ ਇਹਨਾਂ ਨੂੰ ਵੱਖਰਾ ਇੱਕ ਕਮਰੇ 'ਚ ਲੈ ਗਿਆ। ਉਦੋਂ ਅੱਜ ਵੀ ਇੱਕ ਲੀਡਰ ਆ ਅਕਾਲੀ ਦਲ ਦਾ, ਮੈਂ ਨਾਂ ਨਹੀਂ ਲਾਉਂਗਾ, ਉਦੋਂ ਵੀ ਉਹਨਾਂ ਦਾ OSD ਸੀ, ਉਹ ਵੀ ਨਾਲ ਸੀ ਮੇਰੇ। ਅਸੀਂ 2 ਇਹਨਾਂ ਨੂੰ ਕਮਰੇ ਸਾਈਡ ਤੇ ਡਰਾਇੰਗ ਰੂਮ 'ਚ ਲੈ ਗਏ। ਮੈਂ ਉਹਨਾਂ ਨੂੰ ਜਿਹੜੀ ਹੈਗੀ ਹੈ ਫੀਡਬੈਕ ਦਿੱਤੀ ਵੀ ਜੋ ਮੇਰੇ ਕੋਲ ਇਨਫੋਰਮੇਸ਼ਨ ਆ ਉਹਦੇ ਮੁਤਾਬਕ ਉੱਥੇ ਕੋਈ ਭੜਕਾਟ ਨਹੀਂ ਪੈਦਾ ਕੀਤੀ ਗਈ। ਜਿਹੜੇ ਬੈਠੇ ਸੀ ਸੰਗਤ ਉਹ ਪਾਠ ਕਰਦੇ ਸੀ, ਕੋਈ ਰਸਤਾ ਨਹੀਂ ਰੋਕਿਆ ਗਿਆ, ਸਾਈਡ ਤੇ ਬੈਠੇ ਸੀ। ਮੈਨੂੰ ਨਹੀਂ ਸਮਝ ਲੱਗੀ ਕਿ ਉੱਥੇ ਲਾਠੀ ਚਾਰਜ ਤੇ ਗੋਲੀ ਚਲਾਉਣ ਦਾ ਕੀ ਕਾਰਨ ਬਣਿਆ। ਇਹਦੇ ਤੇ ਸਖਤ ਫੈਸਲਾ ਲੈਣਾ ਚਾਹੀਦਾ ਜੀ, ਕਿਉਂਕਿ ਉਦੋਂ ਗ੍ਰਹਿ ਮੰਤਰੀ ਸੀਗੇ ਉਹ।
ਨੰਬਰ 1, ਜੀ ਮੈਂ ਕਿਹਾ ਦੋ ਪੱਖ ਹੁੰਦੇ ਆ। ਤੁਸੀਂ ਅਕਾਲੀ ਦਲ ਦੇ ਪ੍ਰਧਾਨ ਹੋ, ਅਕਾਲੀ ਦਲ ਨੂੰ ਅਕਾਲੀਆਂ ਵਾਲਾ ਰੋਲ ਅਦਾ ਕਰਨਾ ਚਾਹੀਦਾ। ਅਕਾਲੀਆਂ ਨੂੰ ਉੱਥੇ ਉਸ ਮੁਜ਼ਾਹਰੇ ਧਰਨੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਇਹ ਤੋਂ ਵੱਡੀ ਕੋਈ ਮੰਦਭਾਗੀ ਗੱਲ ਨਹੀਂ ਹੋ ਸਕਦੀ ਜੀ ਜੀ ਸਿੱਖਾਂ ਵਾਸਤੇ, ਪੰਜਾਬੀਆਂ ਵਾਸਤੇ। ਗੁਰੂ ਗ੍ਰੰਥ ਸਾਹਿਬ ਤਾਂ ਮਨੁੱਖਤਾ ਦੇ ਲਈ ਆ। ਬਿਲਕੁਲ ਸਹੀ। ਦੂਸਰਾ, ਸਰਕਾਰ ਆਪ ਦਾ ਕੰਮ ਕਰੇ। ਜੀ ਜੀ ਲੇਕਿਨ ਉਦੋਂ ਪੁਲਿਸ ਦਾ ਮਨੋਬਲ ਡਿੱਗ ਪੂਗਾ ਜੀ, ਕੋਈ ਜਿਹੜਾ ਹੈਗਾ ਜਾਣ ਨੂੰ ਤਿਆਰ ਨਾ ਹੋਇਆ। ਅਕਸਰ ਤੇ ਉਹਦਾ ਜਵਾਬ ਲੀਡਰ ਕੀ ਹੋਇਆ, ਜੇ ਜਿੱਥੇ ਕੋਈ ਪੰਜਾਬ ਦੇ ਲੋਕ ਮਾਰੇ ਗਏ ਹੋਣ ਤੇ ਤੁਸੀਂ ਇਸ ਡਰੋਂ ਉਸ ਇਕੱਠੇ ਜਾ ਕੇ ਉਹਨਾਂ ਦੇ ਪਰਿਵਾਰਾਂ ਕੋਲ ਜਾ ਕੇ ਨਾ ਬੈਠੋ ਵੀ ਸਾਡੇ ਲੋਕੀ ਲਾਪਾ ਕਰਨਗੇ, ਤੇ ਜਿਨ੍ਹਾਂ ਦੇ ਪੁੱਤ ਮਰ ਗਏ ਉਹ ਕਰਦੇ ਹੁੰਦੇ ਆ। ਸੁਣਨਾ ਚਾਹੀਦਾ ਲੀਡਰ ਕੀ ਹੁੰਦਾ ਫਿਰ। ਨਹੀਂ, ਇੱਕ ਗੱਲ ਦੱਸਿਓ ਸਿੱਧੂ ਸਾਹਿਬ, ਫਿਰ ਅੱਗੋਂ ਜਵਾਬ ਕੀ ਸੀਗਾ ਉਹ ਉਸ ਮੌਕੇ ਤੇ ਜਦੋਂ ਇਹ ਸਾਰੀ ਗੱਲ ਕਹੀ ਕਿ ਵੀ ਆਪਾਂ ਨੂੰ ਇਸ ਵਕਤ ਇਹਦੇ ਖਿਲਾਫ ਖੜਨਾ ਚਾਹੀਦਾ? ਉਸ ਤੋਂ ਬਾਅਦ 4 ਵਜੇ ਕੋਰ ਕਮੇਟੀ ਦੀ ਮੀਟਿੰਗ ਸੀ ਜੀ। ਮੈਨੂੰ ਕਹਿੰਦੇ ਸਾਰੀਆਂ ਗੱਲਾਂ ਕੋਰ ਕਮੇਟੀ 'ਚ ਅਸੀਂ ਵਿਚਾਰਾਂਗੇ, ਕਿਉਂਕਿ ਮੈਂ ਤਾਂ ਕੋਰ ਕਮੇਟੀ ਦਾ ਮੈਂਬਰ ਨਹੀਂ ਸੀਗਾ। ਅਸੀਂ ਜਿਹੜੇ ਐਸੋਸੀਏਟ ਹੁੰਦੇ ਇਸ ਤੇ ਜਾ ਨਹੀਂ ਸਕਦੇ। ਜੀ ਜੀ ਜਿਹੜੇ ਕੋਰ ਕਮੇਟੀ ਦੇ ਮਾਨਯੋਗ ਮੈਂਬਰ ਹੁੰਦੇ ਆ ਉਹੀ ਅੰਦਰ ਫੈਸਲਾ ਕਰਦੇ ਆ ਜੀ। ਉਹਦੇ ਵਿੱਚ ਇਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਤੇ ਉਦੋਂ ਬਾਅਦ ਜਿਹੜੇ ਫੈਸਲੇ ਲਏ ਜੋ ਕੀਤੇ ਉਹੀ ਉਹਨਾਂ ਨੇ ਇੰਪਲੀਮੈਂਟ ਹੋਇਆ ਉਹਨਾਂ ਦਾ। ਅੱਛਾ, ਇੱਕ ਚੀਜ਼ ਦੱਸਿਓ ਕਿ ਜਿਹੜਾ ਤੁਸੀਂ ਬੰਬੇ ਜਾਣ ਦੀ ਗੱਲ ਕਰਦੇ ਹੋ, ਇਹ ਜਿਹੜਾ ਪਿੱਛੇ ਜੇ ਦੋਸ਼ ਲੱਗਦੇ ਸੀ ਕਿ ਕੋਈ ਉੱਥੇ ਇੱਕ ਫਿਲਮ ਸਟਾਰ ਦੀ ਕੋਠੀ ਹੈ, ਉੱਥੇ ਬਹਿ ਕੇ ਕੋਈ ਗੱਲ ਚੱਲੀ ਤੇ ਉਸ ਤੋਂ ਬਾਅਦ ਆ ਕੇ ਇਹ ਸਾਰਾ ਚੰਡੀਗੜ੍ਹ ਜਿੱਦਾਂ ਜਥੇਦਾਰਾਂ ਨੂੰ ਸੱਦ ਕੇ ਬੁਲਾ ਕੇ ਮਾਫੀ ਤੱਕ ਦੀ ਗੱਲ ਚੱਲੀ, ਉਹਦੇ 'ਚ ਕੋਈ ਹੈ ਸੱਚਾਈ? ਮੈਨੂੰ ਇਹਦੇ ਬਾਰੇ ਗਿਆਨ ਨਹੀਂ। ਦੇਖੋ, ਮੈਂ ਝੂਠੀ ਗੱਲ ਕਦੇ ਕਹੀ ਨਹੀਂ ਜਿਹਦਾ ਮੈਨੂੰ ਪਤਾ ਨਾ ਹੋਵੇ। ਜਿਹੜੀ ਗੱਲ ਦਾ ਮੈਨੂੰ ਪਤਾ ਹੋਊਗਾ, ਭਾਵੇਂ ਮੈਂ ਉਹਦੇ ਵਿੱਚ ਇਨਵੋਲਵ ਵੀ ਹੋਊਗਾ, ਮੈਂ ਮੰਨਣ ਲੱਗਾ ਕਦੇ ਹਿਚਕਚਾਹਟ ਨਹੀਂ ਕਰਦਾ ਹੁੰਦਾ। ਇਹ ਮੈਨੂੰ ਨਹੀਂ ਪਤਾ ਉੱਥੇ ਬੰਬੇ ਦਾ ਟੂਰ ਕਿਵੇਂ ਸੀ। ਸ਼ਾਇਦ ਇਸ ਕਰਕੇ ਅਸੀਂ ਰਿਕਾਰਡ ਦੇ ਤਾਂ ਜਾਂ ਜੋ ਫੈਸਲਾ ਹੋ ਕੇ ਕਰਕੇ ਗਏ ਸੀਗੇ ਕਿ ਉੱਥੇ ਕੁਝ ਬਿਜ਼ਨਸਮੈਨ ਜਿਹੜੇ ਵੱਡੇ ਆ ਉਹਨਾਂ ਨੂੰ ਜਿਹੜਾ ਅਪਰੋਚ ਕਰਨਾ ਕਿ ਪੰਜਾਬ ਵਿੱਚ ਇਨਵੈਸਟਮੈਂਟ ਕੀਤੀ ਜਾਵੇ। ਜੀ ਜੀ ਜੀ। ਤੇ ਇਹਦੇ ਪੜਦੇ ਵਿੱਚ ਉੱਥੇ ਕੌਣ ਕਿਸੇ ਨੂੰ ਮਿਲਿਆ ਮੈਨੂੰ ਇਹਦੇ ਬਾਰੇ ਨਹੀਂ ਪਤਾ ਜੀ। ਤੇ ਜਿਹੜੀ ਇੱਥੇ ਮਾਫੀ ਦੇ ਲਈ ਜਥੇਦਾਰ ਸੱਦੇ ਸੀ ਜੀ ਅੰਮ੍ਰਿਤਸਰ ਸਾਹਿਬ ਵਾਲੇ, ਇਹ ਗੱਲ ਸੱਚੀ ਹੈ ਜੀ। ਅੱਛਾ, ਉਹ ਸੱਦੇ ਗਏ ਜੀ। ਪਰ ਜਿਹੜਾ ਉਦੋਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਤੇ ਇੱਕ ਪਾਰਟੀ ਦਾ ਹੋਰ ਜ਼ਿੰਮੇਵਾਰ ਤੇ ਸੀਨੀਅਰ ਲੀਡਰ ਸੀ। ਬਾਕੀ ਜਥੇਦਾਰ ਸੀ, ਬਾਕੀ ਜਿਹੜੇ ਹੈਗੇ ਉਹ ਜਥੇਦਾਰ ਸੀ। ਉਹਨਾਂ ਇਤਰਾਜ਼ ਵੀ ਕੀਤਾ ਜੀ, ਕਿਉਂਕਿ ਜਥੇਦਾਰ ਦੋ ਕੁ ਨੂੰ ਮੈਂ ਮਿਲਿਆ, ਉਹ ਕਹਿੰਦੇ ਜੀ ਅਸੀਂ ਇਤਰਾਜ਼ ਕੀਤਾ ਵੀ ਸਾਨੂੰ ਇੱਥੇ ਨਾ ਸਾਦੇ ਤਾਂ ਚੰਗਾ ਸੀ। ਸੀਗੀ ਗੱਲ ਇਦਾਂ ਦੀ? ਜਿਹੜਾ ਮਜਬੂਰੀ 'ਚ ਮੈਂ ਫੈਸਲਾ ਸ਼ਾਇਦ ਚਿੱਠੀ 'ਚ ਵੀ ਜ਼ਿਕਰ ਕੀਤਾ ਇਸ ਗੱਲ ਦਾ ਕਿ ਪਾਰਟੀ ਐ ਚੱਲਣ ਲੱਗੀ ਜਿਵੇਂ ਅਸੀਂ ਕੋਈ ਟਰਾਂਸਪੋਰਟ ਕੰਪਨੀ ਚਲਾਉਂਦੇ ਹੁੰਦੇ ਆ। ਅੱਜ ਤੁਸੀਂ ਸ਼ਬਦ ਲਿਖਿਆ ਜੀ, ਬਿਲਕੁਲ ਮੈਂ ਪੜ੍ਹ ਕੇ ਵੀ ਦੱਸ ਦਿੰਦਾ ਕਿ ਉਹ ਤੁਸੀਂ ਇੱਥੇ ਇਹ ਲਿਖਿਆ ਕਿ ਵੀ ਆਪਣੇ ਜਿਹੜੇ ਨਿੱਜੀ ਹਿੱਤ ਨੇ ਉਹਨਾਂ ਨੂੰ ਸਾਹਮਣੇ ਰੱਖਿਆ ਗਿਆ, ਨਾ ਕਿ ਪਾਰਟੀ ਹਿੱਤ। ਇਹ ਲਾਈਨ ਹੈ ਇਹਦੇ ਵਿੱਚ। ਹਾਂ, ਉਹਦਾ ਇਹ ਹੁੰਦਾ ਜੀ ਕਿ ਪਾਰਟੀ ਵਿੱਚ ਤੁਸੀਂ ਆਉਨੇ ਹੈਗੇ ਹੋ, ਜਿਹੜਾ ਹੈਗਾ ਦੇਖੋ ਇਹ ਗੱਲ ਹੀ ਗਲਤ ਹੈ। ਕੋਈ ਵਿਅਕਤੀ ਕਿਸੇ ਤਖਤ ਸਾਹਿਬ ਦਾ ਜਥੇਦਾਰ ਹੋਵੇ ਨਿੱਜੀ ਤੌਰ ਤੇ ਉਹ ਕੀ ਕਰਦਾ ਨਹੀਂ ਕਰਦਾ ਵੱਖਰੀ ਗੱਲ ਹੈ ਜੀ, ਲੇਕਿਨ ਉਹ ਇੱਕ ਮਹਾਨ ਸੰਸਥਾ ਦਾ ਸੇਵਾਦਾਰ ਹੈ ਜੀ। ਉਸ ਚੇਅਰ ਨੂੰ ਮੁੱਖ ਰੱਖਦਿਆਂ ਲੀਡਰਾਂ ਨੂੰ ਚਾਹੀਦਾ ਕਿ ਉੱਥੇ ਜਾਣ। ਜੀ, ਇਹ ਨਹੀਂ ਹੁੰਦਾ ਕਿ ਜੱਜ ਨੂੰ ਘਰੇ ਸੱਦ ਲਓ। ਇਹ ਫੈਸਲਾ ਗਲਤ ਹੈ ਸੀਗਾ, ਸਾਰੀ ਦੁਨੀਆ ਨੂੰ ਪਤਾ, ਮੇਰੇ ਕਹਿਣ ਦੀ ਕਿਹੜੀ ਗੱਲ ਹੈਗੀ ਆ। ਜੀ ਜੀ ਜੀ। ਤੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਕੋਰ ਕਮੇਟੀ 'ਚ ਪਹਿਲਾਂ ਵੀ ਸੀਗੇ ਔਰ ਆਫ ਦੀ ਰਿਕਾਰਡ ਤੁਸੀਂ ਹੁਣ ਵੀ ਜਿਹੜੇ ਹੈਗੇ ਉਹਨਾਂ ਨੂੰ ਪੁੱਛੋਗੇ ਬਿਲਕੁਲ ਤੇ ਉਹ ਗੱਲ ਕਹਿਣਗੇ। ਹੁਣ ਵੀ ਮੈਂ ਬੜੀ ਜ਼ਿੰਮੇਵਾਰੀ ਨਾਲ ਤਾਂ ਦਾਅਵੇ ਨਾਲ ਕਹਿਣਾ, ਜਿੰਨਾ ਕਿ ਮੈਨੂੰ ਜਾਣਕਾਰੀ ਆ, ਕਿ ਕੋਰ ਕਮੇਟੀ ਵਿੱਚ 2-3 ਲੀਡਰਾਂ ਨੂੰ ਛੱਡ ਕੇ ਜੀ ਬਾਕੀ ਸਭ ਚਾਹ ਪੜੂਸੀ ਤੇ ਉਤਰੇ ਹੋਏ ਆ ਤੇ ਹਾਂ 'ਚ ਹਾਂ ਰਲਾਉਂਦੇ ਆ ਹੁਣ ਵੀ, ਅੱਜ ਵੀ। ਨਹੀਂ ਪਰ ਜਿਹੜੇ ਉਹ ਦੇਖਦੇ ਰਹਿੰਦੇ ਵੀ ਹੁਕਮ ਕੀ ਮਿਲਦਾ। ਅੱਛਾ, ਨਹੀਂ ਜਿਹੜੇ ਇਤਰਾਜ਼ ਕਰਨ ਫੈਸਲੇ ਵਾਲੇ ਸੀ ਸੁਣਾਏ ਜਾਂਦੇ ਆ। ਜੀ ਜੀ ਜੀ। ਆ ਕਰਨਾ ਮੈਂ ਤੁਹਾਡੀ ਮਾਫੀ ਚਾਹੁੰਦਾ ਗੱਲ ਕੱਟ ਰਿਹਾ। ਮੈਂ ਇਹ ਕਹਿ ਰਿਹਾ ਸੀ ਕਿ ਜਿਹੜੇ ਬੰਦੇ ਨੇ ਇਤਰਾਜ਼ ਕੀਤਾ ਉਹ ਤਾਂ ਪਾਰਟੀ ਚੋਂ ਬਾਹਰ ਨੇ ਜੀ। ਜਿੰਨੇ ਵੀ ਸੀਨੀਅਰ ਲੀਡਰ ਨੇ, ਭਾਵੇਂ ਢੀਂਡਸਾ ਸਾਹਿਬ ਦੀ ਗੱਲ ਕਰ ਲਈਏ, ਸੇਖਵਾਂ ਸਾਹਿਬ ਦੀ ਗੱਲ ਕਰ ਲਈਏ, ਬ੍ਰਹਮਪੁਰਾ ਸਾਹਿਬ ਦੀ ਗੱਲ ਕਰ ਲਈਏ, ਉਹਨਾਂ ਨੂੰ ਜਦੋਂ ਇੱਥੇ ਮੇਰੇ ਕੋਲੇ ਆਏ ਸੀ ਮੈਂ ਗੱਲਾਂ ਸਾਰੀਆਂ ਉਹਨਾਂ ਨੂੰ ਪੁੱਛੀਆਂ, ਕਿਉਂਕਿ ਇਹ ਲੋਕਾਂ ਦੇ ਸਵਾਲ ਹੁੰਦੇ ਆ। ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਲੀਡਰ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਵੇ, ਚਾਹੇ ਉਹ ਸਹੀ ਹੈ ਚਾਹੇ ਗਲਤ ਹੈ। ਉਹਨਾਂ ਨੇ ਵੀ ਇਹ ਗੱਲਾਂ ਮੰਨੀਆਂ ਸੀ ਜਿਹੜੀਆਂ ਤੁਸੀਂ ਇਸ ਵੇਲੇ ਕਹਿ ਰਹੇ ਹੋ। ਪਰ ਜਦੋਂ ਆਪਾਂ ਇੱਕ ਪਾਰਟੀ ਦੀ ਗੱਲ ਕਰਦੇ ਹਾਂ, ਅੱਜ ਜੇ ਮੈਂ ਗਲਤ ਨਹੀਂ ਤੇ ਸ਼ਾਇਦ ਇਹ ਸੈਂਕੜਾਂ ਸਾਲ ਚੱਲ ਰਿਹਾ ਜੀ, 100ਵਾਂ ਸਾਲ ਚੱਲ ਰਿਹਾ ਅਕਾਲੀ ਦਲ ਦਾ, ਤੇ ਉਸ ਮੌਕੇ ਤੇ ਆ ਕੇ ਪਾਰਟੀ ਦੀ ਇੰਨੀ ਪਤਲੀ ਹਾਲਤ, ਇਹਦੇ ਲਈ ਬਹਿ ਕੇ ਕਦੀ ਵਿਚਾਰ ਨਹੀਂ ਹੋਈ ਜਾਂ ਤੁਸੀਂ ਕਦੀ ਕੋਈ ਫਿਕਰ ਨਹੀਂ ਕੀਤਾ? ਸ਼੍ਰੋਮਣੀ ਅਕਾਲੀ ਦਲ 1920 ਵਿੱਚ ਇਹਦੀ ਸਥਾਪਨਾ ਕੀਤੀ ਸਾਡੇ ਵੱਡਿਆਂ ਵਡੇਰਿਆਂ ਨੇ ਜੀ। ਗੁਰਦੁਆਰਾ ਸੁਧਾਰ ਲਹਿਰ ਚੋਂ ਨਿਕਲਿਆ। ਮੈਂ ਇਤਿਹਾਸ ਦੀ ਗੱਲ ਕਰਦਾ, ਸੇਧ ਕਿੱਥੋਂ ਮਿਲਦੀ ਆ ਅਕਾਲੀ ਦਲ ਨੂੰ ਜਾਂ ਸੇਵਾ ਕਰਨ ਵਾਲੇ ਲੋਕਾਂ ਨੂੰ? ਜੀ। ਇਤਿਹਾਸ ਗਵਾਹ
ਕਿ ਲਾਹੌਰ ਦੀ ਤੱਤੀ ਤਵੀ, ਦਿੱਲੀ ਦਾ ਚਾਂਦਨੀ ਚੌਕ, ਜੀ ਆਨੰਦਪੁਰ ਦਾ ਕਿਲ੍ਹਾ, ਚਮਕੌਰ ਦੀ ਗੜੀ, ਸਰਹੰਦ ਦੀਆਂ ਦੀਵਾਰਾਂ, ਮੁਕਤਸਰ ਦੀ ਢਾਬ, ਇਹ ਗੁਰੂ ਕਾਲ ਤੋਂ ਲੈ ਕੇ ਉਦੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ, ਬਾਬਾ ਬੰਦਾ ਸਿੰਘ ਦਾ, ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ, ਇਹ ਸਾਡਾ ਵਿਰਸਾ, ਸਾਡੀ ਵਿਰਾਸਤ, ਸਾਡਾ ਇਤਿਹਾਸ ਆ। ਜੀ ਅੱਜ ਕੋਈ ਗੱਲ ਨਾ ਤਾਂ ਗੁਰੂ ਦੇ ਸਿਧਾਂਤ ਨਾਲ ਮੇਲ ਖਾਂਦੀ ਆ, ਨਾ ਜਿਹੜਾ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਉਸ ਤੋਂ ਬਾਅਦ ਵਾਲੀ, ਤੇ ਨਾ ਸਿੱਖ ਰਾਜ ਵੇਲੇ ਦੀ ਹੈ। ਸੇਮ ਸਥਿਤੀ ਹੋਈ ਪਈ ਆ ਜਿਵੇਂ ਮਹਾਰਾਜਾ, ਜਿਨ੍ਹਾਂ ਹਾਲਾਤਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਸੀ ਪੰਜਾਬ ਦੇ ਹੱਥੋਂ, ਚਾਪਲੂਸ ਤੇ ਖੁਦਗਰਜ ਲੋਕ ਹਾਵੀ ਹੋ ਗਏ ਸੀਗੇ, ਉਹ ਆਪੋ ਚਾਲਾਂ ਚੱਲਦੇ ਸੀ, ਉਵੇਂ ਜਿਹੜਾ ਹੈਗਾ ਉਹ ਅਕਾਲੀ ਦਲ ਦੇ ਮਾੜੇ ਦਿਨਾਂ ਵਾਸਤੇ ਉਵੇਂ ਘੇਰਾ ਘੱਤ ਲਿਆ ਗਿਆ। ਅੱਛਾ, ਇਹ ਆਪਾਂ ਬੇਅਦਬੀਆਂ ਦੀ ਗੱਲ ਕਰਦੇ ਹਾਂ, ਇਹ ਸਟਿਲ ਅਜੇ ਤੱਕ ਉਸੇ ਤਰ੍ਹਾਂ ਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਦੀ ਇਸ ਚੀਜ਼ ਦੇ ਉੱਪਰ ਮੰਨਿਆ ਨਹੀਂ, ਹਾਲਾਂਕਿ ਪਿਛਲੇ ਸਮੇਂ 'ਚ ਦਰਬਾਰ ਸਾਹਿਬ ਜਾ ਕੇ ਉਹ ਮਾਫੀ ਵੀ ਮੰਗੀ ਗਈ ਸੀਗੀ, ਜਿਹਦੇ 'ਚ ਕਿਹਾ ਗਿਆ ਸੀ ਕਿ ਵੀ ਹੋਈਆਂ ਭੁੱਲਾਂ ਦੀ ਵੀ ਮਾਫੀ ਹੈ। ਉਸ ਦੌਰਾਨ ਵੱਡੇ ਬਾਦਲ ਸਾਹਿਬ ਚੁੱਪ ਰਹੇ ਨੇ। ਹੁਣ ਮੈਂ ਪਿਛਲੇ ਖੇਤੀ ਵਾਲੇ ਮਾਮਲੇ ਦੇ ਵਿੱਚ ਵੀ ਚੁੱਪ ਸੀ, ਪਰ ਖੇਤੀ ਬਿੱਲਾਂ ਤੇ ਇੱਕ ਦਿਨ ਉਹਨਾਂ ਨੂੰ ਫਿਰ ਬੁਲਾਇਆ ਗਿਆ। ਵੱਡੇ ਬਾਦਲ ਸਾਹਿਬ ਨਾਲ ਨਹੀਂ ਤੁਸੀਂ ਕਦੀ ਇਹ ਚੀਜ਼ ਸਾਂਝੀ ਕੀਤੀ ਕਿ ਇਸ ਤਰ੍ਹਾਂ ਮੈਂ ਜਿਹੜਾ ਹੈਗਾ ਨਾ ਜੀ, ਲੰਮਾ ਸਮਾਂ ਪਹਿਲਾਂ ਵੱਡੇ ਬਾਦਲ ਸਾਹਿਬ ਨਾਲ ਹੀ ਕੰਮ ਕੀਤਾ। ਨਹੀਂ, ਤੁਸੀਂ ਸਟਾਰਟਿੰਗ ਹੀ ਦੱਸਿਆ, ਮੈਂ ਇਸ ਲਈ ਪੁੱਛਿਆ ਕਿ ਕਿਸੇ ਵੇਲੇ ਗੱਲ ਕਰ ਲੈਂਦਾ ਬੰਦਾ। ਦੇਖੋ, ਵਿਅਕਤੀਗਤ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 'ਚ 100 ਗੁਣ ਹੋ ਸਕਦੇ ਆ, 100 ਔਗਣ ਹੋ ਸਕਦੇ ਆ, ਲੇਕਿਨ ਇਹ ਗੱਲ ਮੰਨਣੀ ਪਊ, ਇਹ ਉਹਨਾਂ ਦੇ ਵਿਰੋਧੀ ਵੀ ਮੰਨਦੇ ਆ ਕਿ ਉਹਨਾਂ ਵਰਗਾ ਪ੍ਰੋੜ ਸਿਆਸਤਦਾਨ, ਹਲੀਮੀ ਵਾਲਾ ਤੇ ਲੰਮੇ ਸਮੇਂ ਦੀ ਰਣਨੀਤੀ ਘੜਨ ਵਾਲਾ ਬੰਦਾ ਕੋਈ ਵਿਰਲਾ ਹੀ ਹੋਏਗਾ। ਬਾਦਲ ਸਾਹਿਬ ਦੀ ਚੁੱਪ ਵੀ ਉਦੋਂ ਬਹੁਤ ਕੁਝ ਕਹਿੰਦੀ ਸੀ ਜੀ। ਅਸੀਂ ਜੇ ਉਹਨਾਂ ਦੇ ਨਾਲ ਸਾਥੀ ਕੰਮ ਕਰਨ ਵਾਲੇ ਸਮਝਦੇ ਸੀ ਤੇ ਉਹਨਾਂ ਦਾ ਬੇਟਾ ਤਾਂ ਉਹਨਾਂ ਦਾ ਆਪਦਾ ਖੂਨ ਆ, ਉਹਨਾਂ ਨੇ ਕਿਉਂ ਨਹੀਂ ਸਮਝਿਆ? ਤੇ ਫਿਰ ਇਹ ਜ਼ਿਕਰ 'ਚ ਕਦੀ ਪਰਿਵਾਰ 'ਚ ਵੀ ਨਹੀਂ ਹੋਈ ਹੋਊਗੀ ਗੱਲ ਤੁਹਾਡੇ ਹਿਸਾਬ ਨਾਲ, ਜਾਂ ਤੁਹਾਨੂੰ ਕੁਝ ਪਤਾ ਹੋਵੇ ਵੀ ਵੱਡੇ ਬਾਦਲ ਸਾਹਿਬ ਨੇ ਕੁਝ ਕਿਹਾ ਹੋਵੇ, ਫਿਰ ਮਜਬੂਰੀ ਕੀ ਰਹੀ? ਮੇਰਾ ਖਿਆਲ ਬਾਦਲ ਸਾਹਿਬ ਨੇ ਜ਼ਰੂਰ ਕਿਹਾ ਹੋਊਗਾ, ਕਿਉਂਕਿ ਮੇਰੇ ਕੋਲ ਜਾਣਕਾਰੀ ਨਹੀਂ ਹੈ। ਮੈਂ ਉਹਨਾਂ ਦੇ ਸੁਭਾਅ ਜਾਂ ਮੈਨੂੰ ਜਿੰਨਾ ਕੁ ਉਹਨਾਂ ਦੀ ਮੈਂ ਦੇਖਿਆ, ਉਹਨਾਂ ਦੀ ਨੇਚਰ ਕਿਸਮ ਦੀ ਹੈਗੀ ਆ, ਪਰ ਕਈ ਵਾਰੀ ਬਜ਼ੁਰਗ ਸਿਆਣਾ ਹੁੰਦਾ ਵੀ ਔਲਾਦ ਦੇ ਹੱਥੋਂ ਬੇਵੱਸ ਹੋ ਜਾਂਦਾ ਹੁੰਦਾ। ਮੈਂ ਸਮਝਦਾ ਕੋਈ ਮਜਬੂਰੀ ਹੈ। ਅੱਛਾ, ਆਪਾਂ ਇਹ ਜਿਹੜੀ ਚੀਜ਼ ਆ ਥੋੜ੍ਹੀ ਜਿਹੀ ਨੂੰ ਅੱਗੇ ਵਧਾਈਏ ਤਾਂ ਤੁਸੀਂ ਖੇਤੀ ਆਰਡੀਨੈਂਸਾਂ ਦੀ ਗੱਲ ਕਰਦੇ ਹੋ। ਖੇਤੀ ਆਰਡੀਨੈਂਸਾਂ ਦੀ ਗੱਲ ਤੁਸੀਂ ਇਹਦੇ 'ਚ ਲਿਖਿਆ ਕਿ ਵੀ ਹੁਣ ਤੱਕ ਹੱਦ ਹੋ ਗਈ, ਕਿਉਂਕਿ ਖੇਤੀ ਆਰਡੀਨੈਂਸਾਂ 'ਤੇ ਆਉਣ ਵਾਲੀ ਪਾਰਟੀ ਜਿਹੜੀ ਆ ਉਹਨੇ ਪਾਣੀਓਂ ਪਤਲੀ ਹਾਲਤ ਕਰ ਦਿੱਤੀ ਆ। ਪਹਿਲਾਂ ਆਪਾਂ ਇਹਦੀ ਸਪੋਰਟ ਕਰਦੇ ਸੀ, ਜੂਨ ਤੋਂ ਤੁਸੀਂ 14 ਸਤੰਬਰ ਤੱਕ ਲਿਖਿਆ, ਤੇ ਉਸ ਤੋਂ ਬਾਅਦ ਅਚਾਨਕ ਆਪਾਂ ਉਹਦੇ 'ਤੇ ਇੱਕ ਯੂ ਟਰਨ ਲੈ ਲੈਂਦੇ ਹਾਂ। ਇਸ ਯੂ ਟਰਨ ਦੇ ਉੱਪਰ ਤੁਸੀਂ ਕਾਫੀ ਇਤਰਾਜ਼ ਕੀਤਾ, ਇਹਨੂੰ ਥੋੜ੍ਹਾ ਜਿਹਾ ਸਮਝਾਓ ਕਿ ਤੁਹਾਨੂੰ ਕੀ ਲੱਗਦਾ। ਇਹ ਸ਼ਬਦ ਲਿਖਿਆ ਮੈਂ ਜ਼ਰੂਰ ਬੋਲਦਿਆਂ ਵਿੱਚ, ਨਾਲੇ 100 ਗੰਢੇ ਖਾਧੇ ਤੇ ਨਾਲੇ 100 ਡੰਡੇ ਖਾਧੇ। ਹਾਂ, ਇਹ ਮੈਂ 10ਵੀਂ 'ਚ ਪੜ੍ਹਦਾ ਸੀ ਜੀ, ਉਦੋਂ ਇੱਕ ਕਹਾਣੀ ਹੁੰਦੀ ਸੀਗੀ, ਜਿਹੜੇ ਉਸ ਵੇਲੇ ਪੜ੍ਹੇ ਹੋਣਗੇ ਉਹਨਾਂ ਨੂੰ, ਮੈਂ 1974 'ਚ 10ਵੀਂ ਕੀਤੀ ਆ ਜੀ। ਉਦੋਂ ਇੱਕ ਕਹਾਣੀ ਹੁੰਦੀ ਸੀ ਅੰਗਰੇਜ਼ੀ ਵਿੱਚ, ਓਨੀਅਨ ਥੀਫ। ਅੱਛਾ ਜੀ। ਗੰਢਿਆਂ ਦਾ ਚੋਰ। ਉਹ ਫੜਿਆ ਜਾਂਦਾ ਤੇ ਉਹਨੂੰ ਕਹਿੰਦੇ ਆ ਵੀ 3 ਸ਼ਰਤਾਂ ਨੇ, ਤੈਨੂੰ 3 ਜੁਰਮਾਨੇ ਆ, ਜਾਂ ਤਾਂ 100 ਗੰਢੇ ਖਾ ਲਾ, ਜਾਂ 100 ਡੰਡੇ ਖਾ ਲਾ, ਜਾਂ 100 ਰੁਪਈਆ ਜੁਰਮਾਨਾ ਦੇ ਦੇ। ਅੱਛਾ ਜੀ। ਮੈਂ ਕਿਹਾ ਸੀ ਛੋਟੇ ਬਾਦਲ ਸਾਹਿਬ ਨੂੰ ਵੀ ਆਪਣੇ ਨਾਲ ਉਹ ਹੋਏਗੀ, ਆਪਾਂ 100 ਗੰਢੇ ਵੀ ਖਾਵਾਂਗੇ। ਉਹ 5-4 ਗੰਢੇ ਖਾ ਕੇ ਮੂੰਹ ਪੱਕ ਗਿਆ, ਹਟ ਗਿਆ, ਕਹਿੰਦਾ ਮੈਂ ਹੁਣ 100 ਛਿੱਤਰ ਖਾ ਲੈਣਾ ਜੀ, 10 ਛਿੱਤਰ ਖਾ ਕੇ ਹਟ ਗਿਆ, ਕਹਿੰਦਾ ਮੈਂ 100 ਰੁਪਈਆ ਹੀ ਦੇ ਦੇਣਾ ਜੀ। ਅਸੀਂ ਸੇਮ ਸਥਿਤੀ 'ਚ। ਅੱਛਾ, ਇਸ ਕਰਕੇ ਆ ਜਿਹੜੀ ਹੋਣ ਵਾਲੀ ਸਥਿਤੀ ਹੈ, ਜਿਹੜੇ ਲੀਡਰ, ਜਿਹੜੇ ਪਰਿਵਾਰਕ ਮੁਖੀ, ਜਿਹੜੀਆਂ ਪਾਰਟੀਆਂ ਆਪਦੇ ਅਤੀਤ ਵਿੱਚ ਹੋਏ ਨੁਕਸਾਨ ਤੋਂ ਨਹੀਂ ਸਿੱਖਦੀਆਂ, ਸਿੱਖਿਆ ਜਿਹੜੀ ਰਣਨੀਤੀ ਨਹੀਂ ਬਣਾਉਂਦੀਆਂ, ਉਹ ਫਿਰ ਆਈ ਡੱਡੂ ਲਿਖਾਉਂਦੀਆਂ ਹੁੰਦੀਆਂ। ਮੈਂ ਪੜ੍ਹਿਆ ਇਤਿਹਾਸ ਵਿੱਚ ਇੱਕ ਫਜਲਾ ਹੋਇਆ ਜੀ, ਪੁਰਾਣੀ ਗੱਲ ਆ, ਉਹ ਬੱਕਰੀਆਂ ਚਾਰਦਾ ਸੀ, ਲੇਕਿਨ ਅਣਖੀ ਸੀ, ਗੈਰਤਮੰਦ ਸੀ, ਜਿਵੇਂ ਅੱਜ ਦੇ ਕਿਸਾਨ ਲੜ ਰਿਹਾ ਨੰਗੇ ਧੜ ਸਿਰ ਧਰਦੀ ਆਪਦੀ ਹੋਂਦ ਬਚਾਉਣ ਵਾਸਤੇ। ਕਿਸੇ ਦਾ ਸਹਾਰਾ ਨਹੀਂ, ਨਾ ਸਿਆਸਤ ਦਾ। ਤੇ ਮੈਨੂੰ ਤਾਂ ਖਤਰਾ ਵੀ ਸਿਆਸਤਦਾਨ ਇਹਨਾਂ ਦੇ ਸੰਘਰਸ਼ ਨੂੰ ਡੋਬ ਨਾ ਦੇਣ, ਕਿਉਂਕਿ ਉਹ ਮਾਰ ਹੀ ਇਸ ਕੰਮ ਦੇ ਆ। ਵੀ ਅੰਦੋਲਨ ਕਿਵੇਂ ਦੱਬਣੇ। ਹਾਂ ਜੀ। ਉਹ ਕਹਿੰਦੇ ਹੁੰਦੇ ਨਾ, ਕੰਬਲੇ ਨੂੰ ਕਿਸੇ ਨੇ ਕਹਿ ਤਾ ਅੱਗ ਨਾਲ ਦੀ, ਕਹਿੰਦਾ ਚੰਗਾ ਚੇਤਾ ਕਰਾ ਤਾ, ਮੈਂ ਤਾਂ ਭੁੱਲਿਆ ਬੈਠਾ ਸੀ, ਲਾਉਂਗਾ। ਹਾਂ ਜੀ। ਫਜਲਾ ਸੀ ਜੀ, ਆ ਜਿਹੜੀ ਸੀ ਜੀ, ਲੇਕਿਨ ਅਣਖੀ ਸੀ। ਕੋਈ ਇਹੋ ਜਿਹੀ ਘਟਨਾ ਘਟੀ ਪਿੰਡ ਦੇ ਲੋਕਾਂ ਨੇ, ਉਹਨੇ ਕਿਹਾ ਵੀ ਹਕੂਮਤ ਨਾਲ ਲੜਨਾ। ਹਿਸਟਰੀ ਕਹਿੰਦੀ 17 ਵਾਰ ਭਿੜਿਆ ਉਹਨੇ, ਆਪਦੇ ਸਾਥੀ ਸੁਥੀ ਇਕੱਠੇ ਕਰਕੇ ਥੋੜ੍ਹੇ ਬਹੁਤੇ ਟੋਲੀਆਂ ਬਣਾ ਲਈਆਂ, 17 ਵਾਰ ਹਾਰਿਆ।
ਹਰ ਵਾਰੀ ਹਾਰਨ ਤੋਂ ਬਾਅਦ ਸ਼ਬਦ ਵਰਤਦਾ ਸੀ, ਵੱਡੀ ਹੋਏਗੀ ਫਜਲਿਆ ਜਿੱਤ ਤੇਰੀ, ਜਿਹੜੀਆਂ ਨਿੱਤ ਸ਼ਿਕਾਇਤਾਂ ਹੁੰਦੀਆਂ ਨੇ ਵੀ ਇਹ ਹਾਰ ਚੋਂ ਸਿੱਖ ਕੇ ਇੱਕ ਦਿਨ ਜਿੱਤ ਹੋਊਗੀ। 18ਵੇਂ ਹਮਲੇ 'ਚ ਹਕੂਮਤ ਤੇ ਕਾਬਜ ਹੋ ਕੇ ਹਰਾਤੀ ਸੀ ਹਕੂਮਤਾਂ ਨੇ। ਜਿਹੜੇ ਹਾਰਾਂ ਚੋਂ ਸਿੱਖਦੇ ਆ ਉਹ ਲੀਡਰ ਤੇ ਉਹ ਪਾਰਟੀਆਂ ਕਾਮਯਾਬ ਹੁੰਦੀਆਂ। ਜਿਹੜੇ ਲੋਕਾਂ ਦੀਆਂ ਗੱਲਾਂ ਦਾ ਸਾਹਮਣਾ ਕਰਕੇ ਸੱਚ ਬੋਲ ਕੇ ਉਹ ਲੋਕਾਂ ਦੀ ਭਾਵਨਾ ਨਾਲ ਪਾਲਿਸੀਆਂ ਬਣਾਉਂਦੇ ਆ, ਉਹ ਪਾਰਟੀ ਕੋਈ ਹੋਵੇ, ਲੀਡਰ ਕੋਈ ਹੋਵੇ, ਲੋਕਾਂ ਨੂੰ ਸਿਰ 'ਤੇ ਅੱਖਾਂ ਤੇ ਚੁੱਕਦੇ ਆ, ਪਹਿਲਾਂ ਚੁੱਕਦੇ ਰਹੇ ਆ। ਅੱਛਾ, ਇਹ ਥੋੜ੍ਹਾ ਜਿਹਾ ਖੇਤੀ ਬਿੱਲਾਂ ਵਾਲੀ ਆਪ ਗੱਲ ਮੈਨੂੰ ਸਮਝਾਓ। ਜਿੱਦਾਂ ਇਹ 'ਚ ਵੀ ਤੁਸੀਂ ਜ਼ਿਕਰ ਕੀਤਾ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਪਹਿਲਾਂ ਕਿਸਾਨਾਂ ਨੂੰ ਜਾਂ ਆਮ ਪੰਜਾਬੀਆਂ ਨੂੰ ਇਹ ਮਨਾਏ ਜਾਣਾ ਕਿ ਵੀ ਹਾਂਜੀ ਇਹ ਬਹੁਤ ਵਧੀਆ, ਬਹੁਤ ਵਧੀਆ। ਵੱਡੇ ਬਾਦਲ ਸਾਹਿਬ ਨੂੰ ਵੀ ਲਾਈਵ ਕਰਨਾ ਕਿ ਹਾਂਜੀ ਇਹ ਬਹੁਤ ਵਧੀਆ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਲੈ ਕੇ ਆਂਦੀ ਚਿੱਠੀ ਖੇਤੀ ਮੰਤਰੀ ਸਾਹਿਬ ਦੀ ਕਿ ਆਹ ਲਓ ਜੀ, ਇਹਦੇ 'ਚ ਵੀ ਦੱਸਿਆ ਗਿਆ ਕਿ ਸਾਰਾ ਕੁਝ ਬਹੁਤ ਵਧੀਆ। ਇਸ ਦੌਰਾਨ ਵੀ ਤੁਹਾਡੀ ਗੱਲ ਹੋਈ ਜਾਂ ਤੁਸੀਂ ਇਹ 'ਤੇ ਕੋਈ ਇਤਰਾਜ਼ ਕੀਤਾ ਕਿ ਜੇ ਜੂਨ ਹੁਣ ਤੁਰ ਪਿਆ, ਆਰਡੀਨੈਂਸ ਆ ਗਏ ਨੇ, ਕੱਲ੍ਹ ਨੂੰ ਇਹ ਬਿੱਲ ਬਣਨੇ ਨੇ, ਹੁਣ ਤਾਂ ਚਲੋ ਕਾਨੂੰਨ ਹੀ ਬਣ ਗਿਆ, ਇਹਦੇ 'ਤੇ ਆਪਾਂ ਨੂੰ ਹੁਣ ਤੋਂ ਹੀ ਸਟੈਂਡ ਲੈ ਲੈਣਾ ਚਾਹੀਦਾ? ਕਦੀ ਗੱਲ ਕੀਤੀ ਜੀ ਇਹਨਾਂ 2-3 ਮਹੀਨਿਆਂ 'ਚ? ਮੇਰੀ ਜਿਹੜੀ ਹੈਗੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਬੀਬਾ ਹਰਸਿਮਰਤ ਬਾਦਲ ਹੋਰਾਂ ਸਾਹਿਬ ਨਾਲ, ਬੀਬਾ ਜੀ ਹੋਰਾਂ ਨਾਲ ਮੇਰੀ ਮੀਟਿੰਗ ਦਿੱਲੀ ਹੋਈ ਸੀ। ਸ਼ਾਇਦ ਜਨਵਰੀ ਦਾ ਲਾਸਟ ਵੀਕ ਸੀ ਜਾਂ ਫਰਵਰੀ ਸੀ। ਉਸ ਤੋਂ ਬਾਅਦ ਮੇਰਾ ਨਾਲ ਉਹਨਾਂ ਦਾ ਕੋਈ ਨਾ ਟੈਲੀਫੋਨ ਦਾ ਰਾਬਤਾ, ਨਾ ਮੈਂ ਕੀਤਾ, ਨਾ ਕਦੇ ਉਹਨਾਂ ਨੇ ਕੀਤਾ, ਨਾ ਮੇਰੀ ਉਹਨਾਂ ਨੂੰ ਕੋਈ ਮੀਟਿੰਗ ਹੋਈ ਹੈ। ਇਹ ਫੈਸਲਾ ਮੈਨੂੰ ਇਉਂ ਲੱਗਿਆ, ਮੈਂ ਇਹਨੂੰ ਇਉਂ ਦੇਖਿਆ। ਇੱਕ ਤਾਂ ਮੈਂ ਇਹ ਆਪਦੀ ਮਨ ਦੀ ਭਾਵਨਾ ਗੱਲ ਕਲੀਅਰ ਕਰਦੇ ਹਾਂ ਕਿ ਇਹ ਚਿੱਠੀ ਮੈਂ ਜਦੋਂ ਲਿਖੀ ਹੈ ਨਾ ਜੀ, ਮੈਂ ਇਹ ਸਮਝ ਕੇ ਲਿਖੀ ਹੈ ਕਿ ਇਹ ਅਕਾਲੀਆਂ ਵਰਕਰਾਂ ਦੀ ਤੇ ਪੰਜਾਬ ਦੇ ਲੋਕਾਂ ਦੀ ਭਾਵਨਾ ਉਹ ਲੀਡਰ ਤੱਕ ਪਹੁੰਚਾਉਣੀ ਹੈ, ਜਿਹੜੀ ਕਿ ਪਹਿਲਾਂ ਨਹੀਂ ਸੁਣੀ ਜਾਂਦੀ ਰਹੀ ਤੇ ਹੁਣ ਇੱਕ ਰਿਕਾਰਡ ਤੇ ਤਾਂ ਆਵੇ ਨਾ ਜੀ। ਜੀ 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 ਜੀ, ਵੀ ਆਹ ਗੱਲ ਹੈਗੀ ਆ ਕਿਤੇ, ਜਿਹੜੀ ਆ ਗੱਲ ਕਹੀ ਆ। ਕੱਲ ਨੂੰ ਮੈਨੂੰ ਵੀ ਕਹਿਣਗੇ ਵੀ ਬੜਾ ਚੰਗਾ ਹੁੰਦਾ ਸੀ, ਹੁਣ ਕਰਕੇ ਨਹੀਂ ਜੀ, ਇਹ ਵੀ ਕਿਹਾ ਜੋ ਇਹਦਾ ਕੱਲਾ ਸੀ ਜੀ ਤਾਂ ਕੀ ਹੋ ਗਿਆ। ਮੈਂ ਕਦੋਂ ਕਹਿੰਦਾ ਵੀ ਮੇਰੇ ਜਾਣ ਨਾਲ ਅਕਾਲੀ ਦਲ ਡਿੱਗ ਪਿਆ। ਇਹ ਤਾਂ ਜਿਹੜਾ ਹੈਗਾ ਇਕੱਲੇ ਬੰਦੇ ਨਾਲ ਤਾਂ ਕੁਝ ਨਹੀਂ ਹੁੰਦਾ। ਗੱਲ ਬੰਦੇ ਦੇ ਜਾਣ ਦੀ ਜਾਂ ਬੰਦਿਆਂ ਦੇ ਜਾਣ ਦੀ ਨਹੀਂ, ਗੱਲ ਸਿਧਾਂਤ ਦੀ ਹੈ ਕਿ ਅਸੀਂ ਆਪਣਾ ਸਿਧਾਂਤ ਕਿਹੜਾ ਲੈ ਕੇ ਚੱਲੇ ਸੀ। ਮਿਸਾਲ ਦੇ ਤੌਰ ਤੇ ਮੈਂ ਤੁਹਾਡੇ ਰਾਹੀਂ ਪੁੱਛਦਾ ਕਿ ਆਨੰਦਪੁਰ ਸਾਹਿਬ ਦਾ ਮਤਾ 1973 'ਚ ਲਿਖਿਆ ਜੀ, ਫਿਰ ਸੋਧ ਕੇ 77 'ਚ ਉਹਨੂੰ ਦੁਬਾਰਾ ਕੀਤਾ। ਪਹਿਲਾਂ ਤਾਂ ਉਹਦੇ 'ਚ ਜਿਹੜੀਆਂ ਮੰਗਾਂ ਸੀ 45, ਉਹ ਘਟਾ ਕੇ 15 ਕਰ ਲਈਆਂ। ਗਿਆਨੀ ਜ਼ੈਲ ਸਿੰਘ ਹੋਰਾਂ ਤੋਂ ਲੈ ਕੇ ਅੱਜ ਤੱਕ ਜੀ ਜਿੰਨੇ ਮੁੱਖ ਮੰਤਰੀ ਰਹੇ ਆ, ਪੰਜਾਬ ਤੇ ਦੇਸ਼ ਵਿੱਚ ਬਹੁਤ ਵਾਰੀ ਐਸਾ ਹੋਇਆ ਜਦੋਂ ਪੰਜਾਬ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ, ਦੇਸ਼ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ। ਬਹੁਤ ਵਾਰੀ ਇਸ ਤਰ੍ਹਾਂ ਵੀ ਹੋਇਆ ਕਿ ਪੰਜਾਬ ਵਿੱਚ ਵੀ ਕਾਂਗਰਸ ਵਿਰੋਧੀ ਸਰਕਾਰ ਸੀ ਤੇ ਦਿੱਲੀ ਵਿੱਚ ਵੀ ਕਾਂਗਰਸ ਵਿਰੋਧੀ ਸਰਕਾਰ ਸੀ। ਲੇਕਿਨ ਮੈਂ ਤੁਹਾਡੇ ਜਰੀਏ ਪੁੱਛਦਾ ਕਿ ਆਨੰਦਪੁਰ ਸਾਹਿਬ ਦੇ ਮਤੇ 'ਚ ਜਿਹੜਾ ਸੰਘਰਸ਼ ਲੜੇ, ਇੰਨਾ ਕੁਝ ਵਾਪਰ ਗਿਆ ਪੰਜਾਬ ਨਾਲ, ਸਿੱਖਾਂ ਨਾਲ, ਪੰਜਾਬੀਆਂ ਨਾਲ, ਉਹਦੇ 'ਚੋਂ ਇੱਕ ਮੰਗ ਵੀ ਪੂਰੀ ਕਰਵਾ ਸਕੇ? ਇੰਨੇ ਚਿਰ 'ਚ ਕੋਈ ਇੱਕ ਜੀ। ਆ ਚੰਡੀਗੜ੍ਹ ਦੇ 4 ਕੋਠੇ ਲੈ ਲੈਣੇ ਜਿਹੜੇ ਹੈਗੇ ਆ, ਇਹ ਕਿੱਡੀ ਗੱਲ ਸੀ ਜੀ। ਮੈਂ ਇੱਕ ਤਾਂ ਮੈਨੂੰ ਇਸ ਗੱਲ ਦੀ ਸਮਝ ਨਹੀਂ, ਮੈਂ ਕਹਿੰਦਾ ਰਿਹਾ ਬਈ ਸਮੇਂ ਨਾਲ ਜਿਹੜਾ 2 ਕਿਸਮ ਦੀ ਰਾਜਨੀਤੀ ਬਣਦੀ ਆ, ਪੋਲੀਟੀਕਲ ਪਾਰਟੀਆਂ ਲੀਡਰ ਬਣਾਉਂਦੇ ਆ। ਇੱਕ ਲੰਮੇ ਸਮੇਂ ਲਈ ਜਿਹੜੇ ਤੁਹਾਡੇ ਸੰਵਿਧਾਨ ਮੁਤਾਬਕ ਹੁੰਦੀ ਆ, ਤੁਸੀਂ ਉਹ ਤੋਂ ਇੱਧਰ ਉੱਧਰ ਨਹੀਂ ਹੋ ਸਕਦੇ। ਇੱਕ ਥੋੜੇ ਸਮੇਂ ਲਈ ਹੁੰਦੀ ਆ, ਇਲੈਕਸ਼ਨ ਆ ਗਿਆ, ਤੁਹਾਡੀ ਉਦੋਂ ਰਣਨੀਤੀ ਕੀ ਆ ਜੀ, ਹੁਣ ਕਿਵੇਂ ਲੜਨਾ, ਕਿਵੇਂ ਜਿੱਤਣਾ। ਬਹੁਤ ਮੈਨੂੰ ਨਹੀਂ ਪਤਾ, ਮੇਰੀ ਨਿੱਜੀ ਰਾਏ ਆ, ਇਸ ਗੱਲ ਦੇ ਬਹੁਤੇ ਲੋਕ ਸਦਾ ਲੋਕੀ ਇਹਨੂੰ ਠੀਕ ਵੀ ਕਹਿਣ ਜਾਂ ਗਲਤ ਵੀ ਕਹਿਣਗੇ। ਚੰਡੀਗੜ੍ਹ ਪੰਜਾਬ ਨੂੰ ਮਿਲਿਆ ਹੈ ਨਹੀਂ, ਨਾ ਕਦੇ ਮਿਲਣਾ, ਤੇ ਇਹ ਆਪਾਂ ਮੰਗ ਕੇ ਲੱਤ ਵਸਾਈ ਕਿਉਂ? ਆਪਾਂ ਇੱਥੇ ਸਤਲੁਜ ਕੋਲੇ ਬਣਾਉਣ ਲੱਗੇ ਸੀ, ਜਲੰਧਰ ਇੱਥੇ ਵਿਚਾਲੇ ਜੇ ਪੰਜਾਬ ਦੇ ਬੱਸਾਂ ਦੇ। ਹੁਣ ਚੰਡੀਗੜ੍ਹ ਜਿਹੜਾ ਫਾਜ਼ਿਲਕਾ ਤੋਂ ਚੱਲਦਾ, ਗੁਰਦਾਸਪੁਰ ਤੋਂ ਕਰਦਾ, ਉਹ ਸਵੇਰ ਦਾ ਤੁਰੇ ਸ਼ਾਮ ਨੂੰ ਤਾਂ ਪਹੁੰਚਦਾ। ਫਿਰ ਉੱਥੇ ਰਹਿਣ ਦਾ ਥਾਂ ਨਹੀਂ ਕਿਸੇ ਦਾ, ਕਿੱਥੇ ਇੰਨੇ ਮਹਿੰਗੇ ਹੋਟਲਾਂ 'ਚ ਕੌਣ ਰਹਿ ਸਕਦਾ? ਜੀ 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 ਜੀ। ਲੇਕਿਨ ਬਹੁਤ ਸਾਰੀ ਉਹਦਾ ਕਾਰਨ ਕੀ ਸੀ? ਲੀਡਰਸ਼ਿਪ ਡਰਦੀ ਸੀਗੀ ਲੋਕਾਂ ਤੋਂ ਵੀ ਅਸੀਂ ਇਹ ਜੇ ਫੈਸਲਾ ਕੀਤਾ ਤੇ ਇਹ ਦੂਜੇ ਸਾਨੂੰ ਲੀਡਰ ਐਂ ਕਰ ਦੇਣਗੇ। ਆ ਕੇ ਲੋਕਾਂ 'ਚ ਫੇਸ ਕਰਨ ਤੋਂ ਡਰਦੇ ਸੀ, ਡਿਸੀਜਨ ਨਹੀਂ ਲੈ ਸਕੇ। ਬਿਲਕੁਲ ਸਹੀ। ਅੱਛਾ, ਆਪਾਂ ਹੁਣ ਵਾਲੇ 'ਤੇ ਆਈਏ। ਜਿਹੜੇ ਕਿਸਾਨ ਜਿਹੜੇ ਵਿਰੋਧੀ ਬਿੱਲ ਨੇ ਇਸ ਵਕਤ ਕਹੇ ਜਾ ਰਹੇ, ਤੁਸੀਂ ਇਹਦੇ 'ਚ ਇੱਕ ਚਿੱਠੀ 'ਚ ਗੱਲ ਲਿਖੀ ਹੈ ਕਿ ਹੈਰਾਨੀ ਤੇ ਸ਼ਰਮਿੰਦਗੀ ਤਾਂ ਉਦੋਂ ਹੋਈ ਜਦੋਂ ਇੱਕਦਮ ਯੂ ਟਰਨ ਲੈ ਲਿਆ ਤੇ ਆਰਡੀਨੈਂਸ ਤੁਹਾਨੂੰ ਕਿਸਾਨ ਪੰਜਾਬ ਵਿਰੋਧੀ ਦਿਸਣ ਲੱਗ ਪਏ। ਜਿਹੜੀਆਂ ਕਿਸਾਨ ਜਥੇਬੰਦੀਆਂ ਆਮ ਆਦਮੀ ਪਾਰਟੀ ਤੇ ਡੈਮੋਕ੍ਰੈਟਿਕ ਅਕਾਲੀ ਦਲ ਤੇ ਹੋਰ ਦਲਾਂ ਨੂੰ ਕਾਂਗਰਸ ਦੀ ਬੀ ਟੀਮ ਦੱਸਦੇ ਸੀ, ਉਹ ਤੁਹਾਨੂੰ ਪੰਜਾਬ ਹਿਤੈਸ਼ੀ ਦਿਸਣ ਲੱਗ ਪਏ ਤੇ ਅੱਜ ਪਿੱਛੋਂ ਭੱਜ ਕੇ ਉਹਨਾਂ ਨਾਲ ਰਲਣ ਤੋਂ ਕਾਹਲੇ ਜਾਪਦੇ ਹੋ। ਇਹ ਕਹਾਵਤ ਨੂੰ ਤੁਸੀਂ ਇੱਧਰ ਉੱਧਰ ਨਹੀਂ ਕਰਦੇ, ਇਹ ਤੁਸੀਂ ਡੰਡਿਆਂ ਵਾਲੀ ਗੱਲ ਕੀਤੀ।
ਪਰ ਜੱਗੇ ਤੁਸੀਂ ਲਿਖਦੇ ਹੋ ਕਿ ਪ੍ਰਧਾਨ ਜੀ ਜਿੰਨਾ ਕੁ ਮੈਂ ਤੁਹਾਨੂੰ ਨਿੱਜੀ ਤੌਰ ਤੇ ਜਾਣਦਾ, ਉਸ ਤੋਂ ਨਹੀਂ ਲੱਗਦਾ ਕਿ ਤੁਸੀਂ ਲੋਕਾਂ ਦੇ ਦਬਾਅ ਥੱਲੇ ਫੈਸਲਾ ਲਿਆ, ਕਿਉਂਕਿ ਲੋਕਾਂ ਦਾ ਦਬਾਅ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਵੀ ਬਹੁਤ ਸੀ, ਪਰ ਉਦੋਂ ਤੁਸੀਂ ਧਰਨੇ ਤੇ ਬੈਠੇ ਗੁਰਸਿੱਖਾਂ ਦਾ ਮਖੌਲ ਉਡਾਇਆ। ਇਹ ਜਿਹੜੀ ਗੱਲ ਹੈ ਕਿ ਵੀ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਐਡਾ ਵੱਡਾ ਮਾਮਲਾ ਹੋ ਗਿਆ, ਉਦੋਂ ਵਾਕਈ ਗੱਲ ਸਹੀ ਹੈ। ਉਹ ਬਹੁਤ ਅਜੇ ਵੀ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ 'ਚ ਕਿਹਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿ ਵੀ ਇਹ ਤਾਂ ਵਿਹਲੇ ਲੋਕ ਆ ਜਿਹੜੇ ਐਵੇਂ ਧਰਨਾ ਲਾ ਕੇ ਬਹਿ ਜਾਂਦੇ ਆ। ਇਹ ਤੁਹਾਨੂੰ ਇਹਦੇ 'ਚ ਇੱਦਾਂ ਕਿਉਂ ਜਾਪਦਾ ਕਿ ਅਕਾਲੀ ਦਲ ਦੀ ਕੋਈ ਹੋਰ ਮਜਬੂਰੀ ਹੈ ਜਿਹਦਾ ਕਰਕੇ ਉਹ ਸਪੋਰਟ ਕਰ ਰਿਹਾ? ਮੈਂ ਇੱਕ ਤਾਂ ਜਿਹੜਾ ਕਿਹਾ ਨਾ ਕਿ ਯੂ ਟਰਨ ਇੱਕਦਮ ਲੈ ਲਿਆ ਜੀ ਜੀ, ਵੀ ਤੁਸੀਂ ਕਿਉਂ ਲੈ ਲਿਆ? ਪਹਿਲਾਂ 3 ਮਹੀਨੇ ਉਹਨੂੰ ਡਿਫੈਂਡ ਕਰਦੇ ਰਹੇ ਹੋ, ਫਿਰ ਐਡੀ ਰਾਤੋਂ ਰਾਤ ਕੀ ਚੰਗਾ ਕੀ ਹੋ ਗਿਆ ਉਹਦੇ 'ਚ? ਮੈਨੂੰ ਐਂ ਹੀ ਲੱਗਦਾ ਜਿਵੇਂ ਆ ਕਰੋਨਾ ਦੀ ਬਿਮਾਰੀ ਚੱਲੀ ਆ ਨਾ, ਜੀ ਜੀ ਜੀ, ਕਿਸੇ ਪੇਸ਼ੈਂਟ ਦਾ ਇੱਥੋਂ ਟੈਸਟ ਕਰਾ ਲਓ, ਉਹ ਕਹਿੰਦੇ ਪੋਜ਼ਿਟਿਵ ਆ ਗਿਆ, ਅਗਲੇ ਨੇ ਕਿਸੇ ਹੋਰ ਤੋਂ ਕਰਾ ਲਓ, ਕਹਿੰਦਾ ਨੈਗੇਟਿਵ ਆ ਗਿਆ ਜੀ। ਤਾਂ ਐਂ ਹੀ ਬਦਲ ਗਏ। ਬਿਲਕੁਲ ਸਹੀ। ਅੱਛਾ, ਇਹ ਚਰਚਾ ਇਹ ਵੀ ਹੈ ਵੀ ਕੇਂਦਰ ਤੋਂ ਆਪਣਾ ਨਿੱਜੀ ਲਾਭ ਲੈਣ ਦੇ ਲਈ ਇਹ ਅਸਤੀਫੇ ਦਾ ਦਬਾਅ ਬਣਾਇਆ ਜਾ ਰਿਹਾ, ਇਹ ਕੀ ਹੈ? ਇਹ ਤੁਸੀਂ ਲਾਈਨ ਲਿਖੀ ਹੈ ਵਿੱਚ ਇਹਦੇ। ਬਹੁਤ ਸਾਰੇ ਨਿੱਜੀ ਲਾਭ ਲਏ ਵੀ ਆ ਜਿਹੜੇ ਜਨਤਕ ਆ ਲੋਕਾਂ ਦੇ ਸਾਹਮਣੇ। ਨਹੀਂ, ਤੁਸੀਂ ਦੱਸਦੇ ਹੋ ਕਿਸੇ ਵੇਲੇ ਹੁੰਦੀ ਕੋਈ ਗੱਲ ਨਹੀਂ ਇਹ ਤਾਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਦਾ ਉਹ ਕਿਸੇ ਪਾਰਟੀ ਦਾ ਬਣਦਾ ਹੋਵੇ, ਸੈਂਟਰ ਤੋਂ ਬਿਨਾਂ ਬਚ ਹੀ ਨਹੀਂ ਸਕਦਾ। ਇਹ ਸਭ ਸੈਂਟਰ ਦੇ ਗੁਲਾਮ ਆ। ਦੇਸ਼ ਵਿੱਚ ਜਿਹਦੀ ਮਰਜ਼ੀ ਸਰਕਾਰ ਹੋਵੇ, ਐਂਟੀ ਪੰਜਾਬ, ਐਂਟੀ ਸਿੱਖ, ਐਂਟੀ ਕਿਸਾਨ ਮਜ਼ਦੂਰ ਰਹੀ ਹੈ ਤੇ ਰਹੂਗੀ ਜੀ। ਇਹ ਬੜੀ ਵੱਡੀ ਸਟੇਟਮੈਂਟ ਹੈ। 1984 ਦੇ ਜਿਹੜੇ ਹੈਗੇ ਕਤਲੇਆਮ ਤੋਂ ਬਾਅਦ ਦਰਬਾਰ ਸਾਹਿਬ ਤੇ ਹਮਲਾ ਹੋਇਆ, ਜਿਹਦਾ ਜ਼ਿਕਰ ਬਾਰ-ਬਾਰ ਕਰਦੇ ਆ, ਅੱਜ ਤੱਕ ਇਨਸਾਫ ਨਹੀਂ ਮਿਲਿਆ ਜੀ। ਮੇਰਾ ਮੰਨਣਾ, ਹੋ ਸਕਦਾ ਮੈਂ ਗਲਤ ਹੋਵਾਂ, ਬਾਈਬਲ ਕਲਾ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਤੇ ਜਿਹੜੇ ਉੱਥੇ ਬੰਦੇ ਮਾਰੇ ਗਏ, ਦੂਜਾ ਤੀਜਾ ਹੋ ਗਿਆ, ਇਹ ਵੀ ਇਨਸਾਫ ਕਿਸੇ ਨੇ ਨਹੀਂ ਦੇਣਾ, ਕਿਸੇ ਨੂੰ ਨਹੀਂ ਮਿਲਣਾ। ਅੱਛਾ ਜੀ। ਤੇ ਇਹਦੇ 'ਚ ਫਿਰ ਨਿੱਜੀ ਲਾਭ ਵਾਲੀ ਗੱਲ ਕਿਹੜੀ ਜਾਪਦੀ ਤੁਹਾਨੂੰ ਹੋਣ ਵਾਲੀ 'ਚ? ਨਿੱਜੀ ਲਾਭ ਹੀ ਹੈ। ਤੁਸੀਂ ਮੈਂ ਦੇਖੋ, ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਪੁਰਾਣਾ। ਨਹੀਂ, ਇਹ ਇੱਕ ਮਿੰਟ, ਜੇ ਮੈਂ ਜੋ ਸਮਝ ਰਿਹਾ, ਹੋ ਸਕਦਾ ਸਾਡੇ ਦਰਸ਼ਕ ਵੀ ਸਮਝਦੇ ਹੋਣ ਕਿ ਜਿਹੜਾ 2015 ਵਾਲਾ ਕੇਸ ਹੈ ਉਹ ਐਂਡ ਖੇਤੀ ਆਰਡੀਨੈਂਸਾਂ ਦਾ ਅਸਤੀਫਾ ਤੇ ਦਬਾਅ, ਇਹ ਆਪਸ 'ਚ ਜੁੜਦੇ ਆ ਜਾਂ ਕੋਈ ਹੋਰ ਕਾਰਨ ਤੁਸੀਂ ਸਮਝਾ ਰਹੇ ਹੋ? ਮੈਂ ਇੱਕ ਮਿਸਾਲ ਦੇ ਕੇ ਮੈਂ ਗੱਲ ਕਰਦਾ ਅੱਗੇ ਜੀ ਜੀ, ਕਿ ਵਾਜਪਾਈ ਸਾਹਿਬ ਪ੍ਰਧਾਨ ਮੰਤਰੀ ਬਣੇ, 13 ਪਾਰਟੀਆਂ ਦਾ ਅਲਾਇੰਸ ਸੀ ਜੀ। ਮੈਂ ਤਾਂ ਉਦੋਂ ਸੁਖਬੀਰ ਸਿੰਘ ਬਾਦਲ ਦੇ ਨਾਲ ਪੋਲੀਟੀਕਲ ਸੈਕਟਰੀ ਨਹੀਂ ਸੀ ਨਾ, ਮੈਂ ਸਰਕਾਰ 'ਚ ਸੀ। ਮੈਂ ਤਾਂ ਉਦੋਂ ਅਕਾਲੀ ਦਲ ਛੱਡ ਕੇ ਲੋਕ ਭਲਾਈ ਪਾਰਟੀ ਚਲੇ ਗਿਆ ਸੀ ਜੀ। ਅਕਾਲੀ ਦਲ ਨੂੰ ਛੱਡ ਕੇ ਸਾਰੇ ਹਿੰਦੁਸਤਾਨ ਵਿੱਚ 12 ਪਾਰਟੀਆਂ ਨੇ ਕੰਡੀਸ਼ਨਲ ਸਪੋਰਟ ਕੀਤੀ ਭਾਰਤੀ ਜਨਤਾ ਪਾਰਟੀ ਦੀ। ਮਮਤਾ ਬੈਨਰਜੀ ਰੇਲਵੇ ਕੋਚ ਦੀ ਫੈਕਟਰੀ ਲੈ ਕੇ ਗਈ, ਸਦਾ ਮੁਲਾਇਮ ਸਵਰਨ ਨੇ ਆਪਣੇ ਸਟੇਟ ਦੀ ਗੱਲ ਕੀਤੀ, ਬਿਹਾਰ ਵਾਲਿਆਂ ਨੇ ਆਪਣੇ ਸਟੇਟ ਦੀ ਗੱਲ ਕੀਤੀ, ਦੂਜੇ ਨੇ ਆਪਣੇ ਸਟੇਟ ਦੀ ਕੀਤੀ। ਇੱਕੋ ਅਕਾਲੀ ਦਲ ਸੀ। ਜੇ ਨਿੱਦੀ ਫਾਦ ਨਹੀਂ ਸੀ ਤੇ ਅਨਕੰਡੀਸ਼ਨਲ ਸਪੋਰਟ ਦੇਣ ਦਾ ਇਹ ਜਿਹੜਾ ਹੈਗਾ ਇਹ ਸਿਆਸੀ ਬੰਦਿਆਂ ਦੀ ਇਹ ਹੁੰਦੀ ਹੈ ਫਾਇਦੇਮੰਦ ਜੀ ਜੀ। ਮਤਲਬ ਵੀ ਉਦੋਂ ਅਨਕੰਡੀਸ਼ਨਲ ਸਪੋਰਟ ਕਿਉਂ ਕੀਤੀ? ਉਦੋਂ ਵਾਜਪਾਈ ਸਾਹਿਬ ਸੀ ਪ੍ਰਧਾਨ ਮੰਤਰੀ, ਇੱਥੇ ਜਿਹੜਾ ਹੈਗਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਚੱਲਦੇ ਸੀ। ਕੋਈ ਜਿਹੜੀ ਮੰਗਾਂ ਰੱਖੀਆਂ ਸੀ ਕੋਈ ਨਹੀਂ ਮਨਾ ਸਕੇ ਜੀ। ਹੁਣ ਨਿੱਜੀ ਮਫਾਦ ਦੱਸਦਾ ਕਿ ਉਦੋਂ ਤੁਹਾਨੂੰ ਯਾਦ ਹੋਏਗਾ ਜਾਂ ਦਰਸ਼ਕਾਂ ਨੂੰ ਵੀ ਯਾਦ ਹੋਏਗਾ, ਸਰਦਾਰ ਪ੍ਰੇਮ ਸਿੰਘ ਲਾਲਪੁਰਾ ਸਾਹਿਬ ਇੱਕ ਬਹੁਤ ਵੱਡੇ ਅਕਾਲੀ ਦਲ ਦੇ ਲੀਡਰ ਹੋਏ ਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਆ ਜੀ ਜੀ ਜੀ। ਨਿੱਜੀ ਮਫਾਦ ਕਿੱਥੋਂ ਮੈਂ ਸਮਝੇ ਵੀ ਕਿਵੇਂ ਹੁੰਦੇ, ਕਿਵੇਂ ਮੈਂ ਉਹ ਸ਼ੱਕ ਜ਼ਾਹਰ ਕਰਦਾ ਕਿ ਸਰਦਾਰ ਪ੍ਰੇਮ ਸਿੰਘ ਲਾਲਪੁਰਾ 1957 ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਨਮ 1962 'ਚ ਜੀ। ਲਾਲਪੁਰਾ ਸਾਹਿਬ ਨੂੰ ਤੇ ਦੂਜੀ ਡੇਟ ਨੂੰ ਛੱਡ ਕੇ ਵਜ਼ੀਰ ਉਹਨਾਂ ਨੂੰ ਬਣਾਇਆ ਗਿਆ ਉਸ ਵੇਲੇ। ਹਾਂ, ਇਹ ਤੁਸੀਂ ਵਾਜਪਾਈ ਸਰਕਾਰ ਦੀ ਗੱਲ ਕਰ ਰਹੇ ਜੀ। ਤੇ ਲਾਲਪੁਰਾ ਸਾਹਿਬ ਰਿਜ਼ਾਈਨ ਕਰ ਗਏ ਸੀ, ਫਿਰ ਬਾਈ ਇਲੈਕਸ਼ਨ ਹੋਇਆ। ਬਿਲਕੁਲ ਸਹੀ। ਇਹ ਚੋ ਸਮਝ ਸਕਦੇ ਸਮਝਣ ਵਾਲੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਪਾਰਟੀ ਦੇ ਸੀਨੀਅਰ ਲੀਡਰ ਆ, ਢੀਂਡਸਾ ਸਾਹਿਬ ਪਾਰਟੀ ਦੇ ਸੀਨੀਅਰ ਲੀਡਰ ਆ ਜੀ। ਪਿਛਲੀ ਵਾਰ ਵੀ ਜੇ ਬੀਬਾ ਹਰਸਿਮਰਤ ਕੌਰ ਨੂੰ ਵਜ਼ੀਰ ਬਣਾਇਆ, ਇਹਨਾਂ ਨੂੰ ਕਿਉਂ ਨਾ ਬਣਾਇਆ? ਪਾਰਟੀ ਸੀਨੀਅਰਟੀ ਕੋਈ ਨਹੀਂ, ਬਾਲ ਸਾਹਿਬ ਤੋਂ ਵੱਡੀਆਂ ਦੂਜੀਆਂ ਪੋਜੀਸ਼ਨਾਂ ਇਹਨਾਂ ਦੀਆਂ ਸੀ, ਦੋਨਾਂ ਦੀਆਂ ਤਿੰਨਾਂ ਦੀਆਂ। ਇਹ ਤਾਂ ਬ੍ਰਹਮਪੁਰਾ ਸਾਹਿਬ ਹੀ ਉਦੋਂ ਕਹਿੰਦੇ ਸੀਗੇ ਇੱਥੇ ਬੈਠੇ ਸੀ। ਨਹੀਂ, ਇਹ ਇਲਜ਼ਾਮ ਲਾਉਣ ਦੀ ਗੱਲ ਨਹੀਂ, ਰਿਕਾਰਡ ਦੀਆਂ ਗੱਲਾਂ ਨੇ। ਇੱਕ ਗੱਲ ਨਹੀਂ ਮੈਨੂੰ ਸਮਝ ਆਈ ਸਦਮਾ ਸਾਹਿਬ, ਹੋ ਸਕਦਾ ਕਿ ਵੀ ਮੈਂ ਆਪਣੇ ਤੌਰ ਤੇ ਜਾਂ ਮੈਨੂੰ ਤੁਸੀਂ ਗੱਲ ਸਮਝਾ ਨਾ ਪਾਏ ਹੋ, ਕਿ ਹੁਣ ਤਾਂ ਕੁਰਸੀ ਉਹ ਮਿਲੀ ਪਈ ਸੀ ਤੇ ਫਿਰ ਹੋਰ ਕੀ ਨਿੱਜੀ ਮਫਾਦ ਹੋ ਸਕਦਾ ਇਹ ਦੱਸੋ? ਕਿਉਂਕਿ ਜਿਹੜੀ ਕੁਰਸੀ ਦੀ ਤੁਸੀਂ ਗੱਲ ਕਰਦੇ ਹੋ ਵੀ ਸੀਨੀਅਰ ਲੀਡਰਸ਼ਿਪ ਪਾਸੇ ਕਰਤੀ, ਪਰਿਵਾਰ ਦੇ ਮੈਂਬਰ ਨੂੰ ਕੁਰਸੀ ਦਵਾਤੀ, ਹੁਣ ਤਾਂ ਕੁਰਸੀ ਛੱਡਤੀ ਸਗੋਂ। ਕਈ ਇਨਕੁਆਰੀਆਂ ਪਈਆਂ, ਕੋਰਟਾਂ 'ਚ ਵੀ ਪਈਆਂ, ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰ ਸਕਦਾ ਕਿਉਂਕਿ ਅਦਾਲਤ 'ਚ ਕੇਸ ਆ।
ਕਈਆਂ ਦਾ ਡਰ ਆ ਕਿ ਮੋਦੀ ਸਾਹਿਬ ਦਾ ਜਿਹੜਾ ਸੁਭਾਅ ਤੇ ਉਹ ਜਿਹੜਾ ਜਿਵੇਂ ਬਾਕੀ ਸਟੇਟਾਂ 'ਚ ਹੁੰਦਾ, ਜਿਹੜਾ ਸੱਜਾ ਖੱਬਾ ਕਰਦਾ ਤੇ ਫਿਰ ਉਹ ਆਪ ਦਾ ਉੱਥੋਂ ਘੁੰਡੀ ਮਰੋੜ ਦਿੰਦੇ ਆ। ਇਹ ਬਹੁਤ ਵੱਡਾ ਡਰ ਆ। ਚਲੋ ਇਸ਼ਾਰਾ ਤੁਸੀਂ ਕਰਤਾ, ਮੈਂ ਅੱਗੇ ਇਹਨੂੰ ਗੱਲ ਨੂੰ ਨਹੀਂ ਖੋਲ੍ਹਦਾ ਕਿਉਂਕਿ ਚਿੱਠੀ ਤੁਹਾਡੀ ਦਾ ਅਗਲਾ ਪਹਿਰਾ ਵੀ ਪੜ੍ਹਨ ਵਾਲਾ ਰਹਿ ਗਿਆ। ਮੈਂ ਚਾਹੁੰਦਾ ਆਪਾਂ ਉਹ ਵੀ ਵਿਚਾਰ ਲਈਏ। ਅੱਛਾ, ਇਹਦੇ ਤੁਸੀਂ ਜ਼ਿਕਰ ਕਰਦੇ ਹੋ ਕਿ ਵੀ ਤੁਸੀਂ ਜਦੋਂ ਤੋਂ ਇਹ ਗੱਲ ਚੱਲੀ ਤੇ ਤੁਹਾਨੂੰ ਨੀਂਦ ਨਹੀਂ ਆਈ ਇਸ ਸਾਰੇ ਕੁਛ ਨੂੰ ਦੇਖਦਿਆਂ, ਤੇ ਤੁਸੀਂ ਪਾਰਟੀ ਦੇ 70 ਦੇ ਕਰੀਬ ਸਿਆਣੇ ਤੇ ਜ਼ਿੰਮੇਵਾਰ ਜਿਹੜੇ ਲੀਡਰ ਤੇ ਵਰਕਰ ਨੇ ਉਹਨਾਂ ਦੇ ਨਾਲ ਗੱਲ ਹੋਈ, ਉਹ ਥੋੜ੍ਹੀ ਜਿਹੀ ਗੱਲ ਤੁਸੀਂ ਇਹਦੇ 'ਚ ਮੈਂਸ਼ਨ ਕੀਤੀ। ਦੇਖੋ, ਮੈਂ ਇਹਨਾਂ ਦੇ ਅਕਾਲੀ ਦਲ ਦੇ ਪ੍ਰਧਾਨ ਦਾ ਸਿਆਸੀ ਸਕੱਤਰ ਤੇ ਡਿਪਟੀ ਮੁੱਖ ਮੰਤਰੀ ਹੁੰਦਿਆਂ ਕੀਤਾ। ਸਾਰੇ ਪੰਜਾਬ ਦੇ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਵਰਕਰਾਂ ਨਾਲ ਮੇਰਾ ਤਾਲਮੇਲ ਸੀ, ਕੰਮਕਾਰ ਕਰਾਉਣੇ, ਮੀਟਿੰਗਾਂ ਕਰਨੀਆਂ, ਰੈਲੀਆਂ ਆਰਗੇਨਾਈਜ਼ ਕਰਨੀਆਂ। ਮੈਨੂੰ ਪਤਾ ਕਿ ਕਿਹੜੇ ਟਕਸਾਲੀ ਅਕਾਲੀ ਆ, ਸੱਚੇ ਸੁੱਚੇ ਆ, ਜਿਨ੍ਹਾਂ ਨੂੰ ਧੱਕ ਕੇ ਪਿੱਛੇ ਕਰ ਦਿੱਤਾ ਗਿਆ ਛੱਪੜ ਦੇ ਬੂਰ ਵਾਂਗੂ। ਉਹਨਾਂ ਨੂੰ ਪੁੱਛੀਏ ਵੀ ਲੋਕਾਂ 'ਚ ਕੀ ਮਹਿਸੂਸ ਕਰਦੇ ਹੋ ਜਾਣ ਨੂੰ। ਮੈਨੂੰ ਉਹਨੇ ਸੱਚੀ ਆਖਿਆ, ਉਹਨੇ ਆਖਿਆ ਜੀ ਤੁਸੀਂ ਪੁੱਛ ਲੈਂਦੇ ਹੋ, ਅਸੀਂ ਦੱਸ ਦਿੰਦੇ ਹਾਂ, ਸ਼ਰਮ ਦੇ ਮਾਰੇ ਘਰੋਂ ਬਾਹਰ ਨਿਕਲਣ ਤੋਂ ਡਰਦੇ ਆ ਵੀ ਲੋਕੀ ਕਹਿਣਗੇ ਵੀ ਆ ਜਾਂਦੇ ਆ। ਇਹ ਜਿਹੜੇ ਲੀਡਰਾਂ ਦੀ ਗੱਲ ਕਰਦੇ ਹੋ ਅਜੇ ਵੀ ਪਾਰਟੀ 'ਚ ਨੇ? ਹਜੇ ਪਾਰਟੀ 'ਚ। ਅੱਛਾ, ਐਂਡ ਉਹ ਵੀ ਇਹ ਚੀਜ਼ ਮਹਿਸੂਸ ਕਰਦੇ? ਬਿਲਕੁਲ ਮਹਿਸੂਸ ਕਰਦੇ ਆ। ਤਾਂ ਫਿਰ ਮਜਬੂਰੀ ਕੀ ਹੈ ਜੀ? ਜੇ 70 ਦੇ ਕਰੀਬ ਤਾਂ ਤੁਸੀਂ ਸਿਆਣੇ ਲੀਡਰਾਂ ਦੀ ਗੱਲ ਕਰਦੇ ਹੋ, ਤਾਂ ਬਹੁਤ ਵੱਡੀ ਲੀਡਰਸ਼ਿਪ ਹੈ। ਇੱਕ ਇਨਫਰਾਸਟ੍ਰਕਚਰ ਜਿਹੜਾ ਹੈਗਾ ਕ੍ਰੀਏਟ ਕਰ ਲਿਆ ਗਿਆ ਜੀ, ਕਿ ਹਲਕਾ ਇੰਚਾਰਜ ਲਾ ਦਿਓ ਜਾਂ ਜਿਹੜਾ ਹੈਗਾ ਆਲਾ ਦੁਆਲਾ ਉਹੋ ਜਿਹਾ ਕਰ ਲਓ ਕਿ ਉਹਨਾਂ ਤੋਂ ਬਿਨਾਂ ਬਾਕੀ ਵਰਕਰਾਂ ਨੂੰ ਕਿਸੇ ਨੂੰ ਨਹੀਂ ਪੁੱਛਣਾ ਜੀ। ਲੀਡਰ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਕਿ ਕੋਈ ਲੀਡਰ ਪੰਜਾਬ ਦਾ ਉਹ ਆਪ ਐਮਐਲਏ ਜਾਂ ਵਜ਼ੀਰ ਆ ਜਾਂ ਛੋਟੀ ਕੁੜੀ ਦਾ ਮੈਂਬਰ ਵੀ ਨਾਲ ਹੋ ਸਕਦਾ, ਜ਼ਿਲ੍ਹਾ ਪ੍ਰਧਾਨ ਵੀ ਹੋ ਸਕਦਾ, ਉਹਦਾ ਬੇਟਾ ਚੇਅਰਮੈਨ ਹੋਊਗਾ, ਨੇੜੇ 'ਚੋਂ ਰਿਸ਼ਤੇਦਾਰ ਸਾਲਾ ਹੋਊਗਾ, ਕੋਈ ਭਣੋਈਆ ਹੋਊਗਾ, ਕੋਈ ਸਰਦਾਰਨੀ ਇਸਤਰੀ ਅਕਾਲੀ ਦਲ ਦੀ ਲੀਡਰ ਹੋਏਗੀ। ਜੀ ਜੀ ਜੀ। ਜਦੋਂ ਵਰਕਰ ਨੂੰ ਆਪਾਂ ਕੋਈ ਮਾਣ ਇੱਜ਼ਤ ਵਾਲਾ ਰੁਤਬਾ ਨਹੀਂ ਦੇਣਾ, ਕੋਈ ਉਹਨਾਂ ਨੂੰ ਬਖਸ਼ਣਾ ਨਹੀਂ, ਵਰਕਰ ਤਾਂ ਸਥਾਪੀ ਦਾ ਭੁੱਖਾ ਹੁੰਦਾ, ਫਿਰ ਅਕਾਲੀ ਦਲ ਦਾ ਝੋਲਾ ਕਿਉਂ ਫੜੂਗਾ ਲੋਕ? ਕੋਈ ਜੀ, ਪਰ ਹੁਣ ਪਾਰਟੀ ਵਰਕਰਾਂ ਦੇ ਸਿਰ ਤੇ ਹੁੰਦੀ ਆ, ਜੰਗ ਯੁੱਧ ਵਰਕਰਾਂ ਦੇ ਸਿਰ ਤੇ ਲੜੇ ਜਾਂਦੇ ਆ। ਨਹੀਂ, ਪਰ ਵਰਕਰ ਤਾਂ ਪੰਜਾਬ ਦੇ ਵਿੱਚ ਸਾਰੇ 'ਚ ਹੀ ਨੇ। ਜਿੱਥੇ ਵੀ ਕਿਤੇ ਅਕਾਲੀ ਦਲ ਇੱਕ ਵਾਰ ਰੈਲੀ ਦੀ ਆਵਾਜ਼ ਦਿੰਦਾ, ਉਹ ਤਾਂਤਾ ਲੱਗ ਜਾਂਦਾ ਲੋਕਾਂ ਦਾ। ਉਹ ਆਪਦਾ ਹੀ ਸਮਾਨ ਆ ਜੀ। ਗੁਰਦਾਸਪੁਰ ਲਈ ਬੱਸਾਂ ਲੱਦ ਕੇ ਬਠਿੰਡੇ ਲੈ ਜਾਓ, ਬਠਿੰਡੇ ਵਾਲੇ ਗੁਰਦਾਸਪੁਰ ਲੈ ਜਾਓ। ਮੈਂ ਇਹ ਵੀ ਕਿਹਾ ਸੀ, ਅੱਛਾ ਜੀ, ਮੈਂ ਇਹ ਵੀ ਸੁਝਾਅ ਦਿੱਤਾ ਸੀ ਜੀ, ਮੈਂ ਕਿਹਾ ਸਮੇਂ ਨਾਲ ਬਦਲਣਾ ਚਾਹੀਦਾ ਵਾ, ਮਹਿੰਗੀਆਂ ਰੈਲੀਆਂ ਕਰਨ ਦਾ ਕੋਈ ਫਾਇਦਾ ਨਹੀਂ। ਤੁਸੀਂ ਚੈਨਲ ਤੇ ਟਾਈਮ ਲਓ ਜੀ, ਘੰਟਾ 2 ਘੰਟਾ, ਜਦੋਂ ਲੋਕ ਵੇਲੇ ਸੁਬਾਹ ਸ਼ਾਮ ਸੁਣ ਸਕਦੇ। ਹੁਣ ਵਾਰ ਐਤਵਾਰ ਨੂੰ ਲੈ ਲਓ, ਮਹਿੰਗਾ ਮਿਲ ਜੂਗਾ ਜੋ ਕਿਉਂਕਿ ਉਹਨਾਂ ਦਾ ਹੁੰਦਾ ਹਿਸਾਬ ਕਿਤਾਬ ਚੈਨਲ ਦਾ। ਉੱਥੇ ਤੁਸੀਂ ਆਪਦੀ ਗੱਲ ਰੱਖੋ ਜੀ। ਉਦੋਂ ਟੈਲੀਵਿਜ਼ਨ ਤੇ ਜਿਹੜੇ ਪਾਰਟੀ ਤੋਂ ਦੂਜੀਆਂ ਪਾਰਟੀਆਂ ਦੇ ਲੋਕ ਵਿਰੋਧੀ ਆ ਉਹ ਵੀ ਸੁਣਨਗੇ, ਬੱਚੇ ਵੀ ਸੁਣਨਗੇ, ਬੀਬੀਆਂ ਵੀ ਸੁਣਨਗੀਆਂ ਜੀ। ਰੈਲੀ ਤਾਂ ਉਹੀ ਆਪਣਾ ਸਮਾਨ ਆ, ਜਦੋਂ ਮਰਜ਼ੀ ਲੈ ਆਓ, ਜਦੋਂ ਮਰਜ਼ੀ ਵਾਪਸ ਕਰ ਦਿਓ। ਤੇ ਜਦੋਂ ਰੈਲੀ ਖਤਮ ਹੁੰਦੀ ਆ, ਮੈਨੂੰ ਸ਼ਰਮ ਆਉਂਦੀ ਆ, ਜਿਹੜਾ ਕੁਝ ਉੱਥੋਂ ਲੱਭਦਾ ਤੇ ਜੋ ਕੁਝ ਹੋਇਆ ਹੁੰਦਾ ਉਹ ਸਾਰੇ ਲੋਕ ਜਾਣਦੇ ਆ। ਇਹ ਅਕਾਲੀਆਂ ਦਾ ਕਿਰਦਾਰ ਨਹੀਂ। ਦੇਖੋ, ਅਕਾਲੀ 100 ਸਾਲ ਪਹਿਲਾਂ ਵੀ ਸੋਨੇ ਵਰਗੇ ਸੀ ਖਰੇ, ਅਕਾਲੀ ਅੱਜ ਵੀ ਖਰੇ ਆ ਜੀ, ਅਕਾਲੀ ਗਾਂ ਵੀ ਖਰੇ ਰਹਿਣਗੇ। ਪਰ ਬਦਕਿਸਮਤੀ ਆ ਕਿ ਜਿਹੜੇ ਗੈਰ ਅਕਾਲੀ ਲਿਆ ਕੇ ਬਾੜ ਦੇ ਵੀ ਆ ਲਿਆਂਦਾ ਪਾਓ ਸਰੂਪਾ ਜੀ। ਜਿਹੜਾ ਹੁਣ ਬੰਦਾ ਤੁਸੀਂ ਦੂਜੀ ਪਾਰਟੀ ਚੋਂ ਲੈ ਆਂਦਾ, ਉਹਦੀਆਂ ਮਾੜੇ ਕਰਤੂਤਾਂ ਵੀ ਨਾਲ ਹੀ ਆਉਣੀਆਂ। ਜਿਹੜਾ ਉਹਦਾ ਕਿਰਦਾਰ ਧੋਤਾ ਨਹੀਂ ਜਾਣਾ। ਬਿਲਕੁਲ ਸਹੀ। ਅੱਛਾ, ਇੱਕ ਤੁਸੀਂ ਜ਼ਿਕਰ ਕੀਤਾ ਇਹਦੇ ਵਿੱਚ ਚਿੱਠੀ ਦੇ ਵਿੱਚ ਵੀ ਜਿਹੜੇ ਬੰਦੇ, ਜਿੱਦਾਂ ਤੁਸੀਂ ਗੱਲ ਕੀਤੀ ਕਿ ਵੀ ਜਿਹੜੇ ਬੰਦੇ ਪੱਕੇ ਅਕਾਲੀ ਨੇ ਜਾਂ ਜਿਹੜੇ ਬੰਦੇ ਨਿਸ਼ਠਾਵਾਨ ਨੇ, ਉਹਨਾਂ ਦੀ ਬਹੁਤੀ ਕੋਈ ਪੁੱਛਗਿੱਛ ਹੈ ਨਹੀਂ, ਤੇ ਜਿਹੜੇ ਦੂਸਰੇ ਬੰਦੇ ਨੇ, ਜਿੱਦਾਂ ਤੁਸੀਂ ਕਿਹਾ ਕਿ ਵੀ ਮੈਂ ਤੁਹਾਡੇ ਵੱਲੋਂ ਇਹੋ ਜਿਹੇ ਬੇਅਸੂਲੇ, ਬੇਤਰਤੀਬੇ, ਮਤਲਬ ਸਿਆਣਪ ਤੋਂ ਕੋਹਾਂ ਦੂਰ ਵਾਲੇ ਫੈਸਲਿਆਂ ਨੂੰ ਲੈ ਕੇ ਲੋਕਾਂ 'ਚ ਜਾਵਾਂ, ਮੈਂ ਸ਼ਰਮ ਮਹਿਸੂਸ ਕਰਦਾ। ਪਰ ਇਹ ਸਾਰਾ ਕੁਝ ਕਰਨ ਵਾਲੇ ਲੀਡਰ ਤਾਂ ਅਜੇ ਵੀ ਨਾਲ ਨੇ ਜੀ, ਬੰਦੇ ਤਾਂ ਨਾਲ ਨਹੀਂ। ਇਹ ਵੀ ਤੁਹਾਡੀ ਗੱਲ ਥੋੜ੍ਹੀ ਜਿਹੀ ਮੈਂ ਹਟ ਕੇ ਕਰ ਲਾਂ। ਮੈਂ ਇਹ ਵੀ ਦਿੱਤਾ ਸੀ ਸਰਕਾਰ ਵੇਲੇ, ਆਪਦਾ ਸੁਝਾਅ ਦਿੱਤਾ ਸੀ ਕਿ ਹਲਕਾ ਇੰਚਾਰਜ ਅਕਾਲੀ ਦਲ ਦਾ ਕਲਚਰ ਨਹੀਂ ਰਿਹਾ, ਕਦੇ ਕਲਚਰ ਨਹੀਂ ਰਿਹਾ ਜੀ, ਇਹਨੂੰ ਖਤਮ ਕਰੋ। ਜਦੋਂ ਥਾਣੇ ਤੇ ਡੀਐਸਪੀ, ਸਬ ਡਿਵੀਜ਼ਨ ਡੀਐਸਪੀ ਦੇ ਦਫ਼ਤਰ ਤੋੜ ਕੇ ਇੱਕ ਵਿਧਾਨ ਸਭਾ ਹਲਕੇ 'ਚ ਕਰਨ ਲੱਗੇ, ਉਦੋਂ ਮੈਂ ਕਿਹਾ, ਇੱਕ ਪੁਲਿਸ ਦੇ ਸੀਨੀਅਰ ਅਫਸਰ ਨੇ ਵੀ ਕਿਹਾ ਸੀ ਵੀ ਇਹ ਗਲਤ ਕਰਨ ਲੱਗੇ ਹੋ, ਇਹ ਸਿਸਟਮ ਨੂੰ ਤੋੜੋਗੇ, ਐਮਐਲਏ ਆਪ ਹੁਦਰੀਆਂ ਕਰਨਗੇ,
ਪਾਰਟੀ ਦੀ ਬਦਨਾਮੀ ਹੋਊਗੀ ਤੇ ਆਉਣ ਵਾਲੇ ਸਮੇਂ 'ਚ ਉਹਦਾ ਰਿਜ਼ਲਟ ਭੋਗਣਾ ਪਊਗਾ। ਜੀ, ਤੇ ਉਹ ਉੱਦਾਂ ਹੋਇਆ। ਬਿਲਕੁਲ ਉੱਦਾਂ ਹੋਇਆ। ਅੱਛਾ, ਇੱਕ ਤੁਸੀਂ ਇਹ ਦੱਸਿਆ ਕਿ ਵੀ ਮੇਰੇ ਮਨ ਤੇ ਪਾਰਟੀ ਛੱਡਣ ਸਮੇਂ ਕਿਸੇ ਤਰ੍ਹਾਂ ਦਾ ਕੋਈ ਬੋਝ ਨਹੀਂ ਜੀ, ਕਿਉਂਕਿ ਮੈਂ ਕੋਈ ਰੇਤਾ ਦੀ ਖੱਡ ਨਹੀਂ ਲਈ, ਬੱਸ ਦਾ ਪਰਮਿਟ ਨਹੀਂ ਲਿਆ, ਕੋਈ ਸ਼ਰਾਬ ਦਾ ਠੇਕਾ ਨਹੀਂ ਲਿਆ। ਜੀ, ਇੱਦਾਂ ਕਿੱਦਾਂ ਇੰਨੇ ਸਾਲ ਕਿੱਦਾਂ ਬਚੇ ਰਹਿ ਗਏ? ਮੈਂ ਤਾਂ ਕਹਿੰਦਾ ਸਾਹਮਣੇ ਸਮੁੰਦਰ ਵਗਦਾ ਹੋਵੇ ਤੇ ਬੰਦਾ ਆ ਕੇ ਮੈਂ 2 ਬਾਲਟੀਆਂ ਭਰਾ ਨਾ, ਇੱਦਾਂ ਕਿੱਦਾਂ? ਮੈਥੋਂ ਖਾਰਾ ਪਾਣੀ ਪੀਤਾ ਨਹੀਂ ਜਾਂਦਾ। ਅੱਛਾ ਜੀ। ਮੈਂ ਕਹਿੰਦਾ 2 ਘੁੱਟਾਂ ਸਹੀ ਝਰਨੇ ਦੀਆਂ ਚੰਗੀਆਂ ਹੁੰਦੀਆਂ। ਪਰ ਇਹ ਇੱਕ ਲਾਈਨ 'ਚੋਂ ਮੈਨੂੰ ਇਲਜ਼ਾਮ ਬੜੇ ਲੱਭਦੇ ਨੇ। ਇਹ ਜਿਹੜੇ ਇਲਜ਼ਾਮ ਨੇ, ਜਿਹੜੇ ਹੁਣ ਬਹੁਤ ਸਾਰੇ ਲੋਕ ਲਾਉਂਦੇ ਨੇ, ਕੀ ਉਹ ਸੱਚ ਹੈ? ਮੈਂ ਅੱਜ ਵੀ ਇਸ ਚੀਜ਼ ਦਾ ਜਿਹੜਾ ਹੈਗਾ ਮੈਨੂੰ ਪਤਾ ਕਿ ਉਹ ਚੰਡੀਗੜ੍ਹ ਦੇ 8 ਸੈਕਟਰ ਵਿੱਚ ਇੱਕ ਕੋਠੀ ਹੈ ਜੀ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਕਾਂਗਰਸੀ ਲੀਡਰਾਂ ਦਾ ਦਫ਼ਤਰ ਆ ਸਾਂਝਾ, ਜਿੱਥੇ ਰੇਤ ਦੇ ਠੇਕੇ ਵੀ ਸਾਂਝੇ ਆ, ਸ਼ਰਾਬ ਦੇ ਠੇਕੇ ਵੀ ਸਾਂਝੇ ਆ। ਜੀ, ਉਹ ਕੋਠੀ ਦਾ ਜਿਹੜਾ ਮੂੰਹ ਹੈ ਉਹ ਜਿਹੜੀ ਮੱਧਿਆ ਮਾਰਗ ਵਾਲੇ ਪਾਸੇ ਨੂੰ ਆ। ਜੀ, ਨੰਬਰ ਵੀ ਦੱਸ ਦਿਓ ਕੋਠੀ ਦਾ। ਨੰਬਰ ਫਿਰ ਮੈਂ ਦੇਖ ਕੇ ਦੱਸ ਸਕਦਾ, ਮੈਂ ਝਿਜਕਦਾ ਨਹੀਂ ਦੱਸਣ ਲੱਗਿਆ, ਪਰ ਸੱਚੀ ਗੱਲ ਹੈ ਮੈਨੂੰ ਨੰਬਰ ਦਾ ਨਹੀਂ ਪਤਾ। ਚਲੋ, ਥਾਂ ਟਿਕਾਣਾ ਤੁਸੀਂ ਦੱਸਤਾ। ਉੱਥੇ ਮੀਡੀਆ ਵਾਲੇ ਕੈਮਰਾ ਲਾ ਲੈਣ, ਲੱਗ ਜੂ ਪਤਾ ਵੀ ਕਿਹੜੀ ਪਾਰਟੀ ਵਾਲੇ ਆਉਂਦੇ ਤੇ ਕਿਵੇਂ। ਅੱਛਾ, ਇੱਕ ਗੱਲ ਇਹ ਤੁਹਾਡੇ ਫਿਰ ਇਸ ਗੱਲ ਤੋਂ ਜਿਹੜਾ ਹੁਣ ਇਲਜ਼ਾਮ ਲੱਗਦਾ ਹੈ ਕਿ ਵੀ ਜਿਹੜੀ ਹੁਣ ਵਾਲੀ ਸਰਕਾਰ ਹੈ ਉਹ ਜਿਵੇਂ ਤੰਤਰ 10 ਸਾਲਾਂ 'ਚ ਬਣਾ ਕੇ ਦੇ ਗਈ ਸੀ ਤੁਹਾਡੇ ਵਾਲੀ ਪਾਰਟੀ, ਚਲੋ ਹੁਣ ਤੁਸੀਂ ਪਾਰਟੀ ਤੋਂ ਵੱਖ ਹੋ ਕੇ ਉਹ ਐਜ਼ ਇਟ ਇਜ਼ ਹੀ ਅੱਗੇ ਸੰਭਾਲ ਦਿੱਤਾ, ਇੱਦਾਂ ਉਵੇਂ ਹੀ ਚੱਲਦਾ ਜੀ, ਭੋਰਾ ਫਰਕ ਨਹੀਂ। ਉਦੋਂ ਖਨੀ 10-15 ਗੁਣਾ ਹੁੰਦਾ ਨਹੀਂ ਬਈ ਰੈਵਨਿਊ ਜਿਹੜਾ ਅਗਲੇ ਸਾਲ ਇਨਕਰੀਜ਼ ਕਰਨਾ 10-15%। ਜੀ ਜੀ, ਉਹ ਇਨਕਰੀਜ਼ ਹੋਈ ਜਾਂਦਾ ਹਰ ਸਾਲ, ਵੱਧ ਗਿਆ। ਸਾਰੀ ਦੁਨੀਆ ਨੂੰ ਪਤਾ ਕਿ ਰੇਤੇ ਦੇ ਖੱਡਾਂ ਤੇ ਸ਼ਰਾਬ ਦੇ ਠੇਕੇ ਤੇ L13 ਤੇ L1 ਸਪੈਸ਼ਲ ਬਣਾ ਕੇ ਕਿੰਨਾ ਕੋਲੇ ਸੀ ਤੇ ਅੱਜ ਕਿੰਨਾ ਕੋਲੇ ਆ। ਹਾਂ, ਇੰਨਾ ਹੀ ਆ। ਪੰਨੂ ਸਾਹਿਬ ਦੀ ਗੱਲ 100% ਸੱਚੀ ਆ ਕਿ ਜਿਹਦੀ ਸਰਕਾਰ ਆਉਂਦੀ ਆ ਪਾਰਟਨਰ ਬਣ ਜਾਂਦਾ, ਦੂਜਾ ਸਲੀਪਿੰਗ ਪਾਰਟਨਰ ਹੋ ਜਾਂਦਾ, ਤੇ ਜਿਹੜੀ ਸ਼ੇਅਰ ਪੱਤੀ ਆ ਉਹ ਜਿਹੜਾ ਸਰਕਾਰ ਤੋਂ ਬਹੁਤ ਘੱਟ ਬਾਹਰ ਆ ਉਹਦੀ ਘਟ ਜਾਂਦੀ ਹੈ, ਦੂਜੇ ਦੀ ਵੱਧ ਜਾਂਦੀ ਹੈ। ਜੇ ਪਰ ਆਹੀ ਬਿਆਨ ਦੇ ਕੇ ਤਾਂ ਨਵਜੋਤ ਸਿੱਧੂ ਦੀ ਪਾਰਟੀ ਤੋਂ ਲਾਂਭੇ ਹੋਏ ਬੈਠੇ ਸੀ 25-75 ਵਾਲਾ, ਇਹੀ ਤੁਸੀਂ ਗੱਲ ਕਹੀ ਹੈ ਨਾ। ਜੇ ਇਹ ਗੱਲ ਸੱਚੀ ਹੈ ਫਿਰ ਪੰਜਾਬ ਦੇ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੀ? ਸਿੱਧੂ ਸਾਹਿਬ ਬੜੇ ਸਿਆਣੇ, ਮੈਂ ਸਮਝਦਾ ਮੇਰੇ ਤੋਂ ਉਮਰ 'ਚ ਵੱਡੇ ਆ, ਮੇਰੇ ਅੱਛੇ ਤਾਲੁਕਾਤ ਰਹੇ ਉਹਨਾਂ ਦਾ ਭਰਾ ਮੇਰੇ। ਗੱਲ ਉਹਨਾਂ ਨੇ ਸੱਚੀ ਕਹੀ, ਸਮੇਂ ਗਲਤ ਤੇ ਕਹੀ ਥੀ। ਅੱਛਾ ਜੀ, ਮਤਲਬ ਗੱਲ ਸਹੀ ਸੀ, ਸਮਾਂ ਠੀਕ ਨਹੀਂ ਸੀ। ਹਾਂ, ਇਲੈਕਸ਼ਨ ਵਿੱਚ ਉਹ ਗੱਲ ਪਲਟ ਗਈ। ਰਾਜਨੀਤੀ 'ਚ ਪਲਟਾ ਖਾ ਗਈ। ਬਿਲਕੁਲ ਸਹੀ। ਅੱਛਾ, ਇੱਕ ਤੁਸੀਂ ਆਖਰੀ ਲਾਈਨ ਲਿਖਦੇ ਹੋ, ਕਹਿੰਦੇ ਤੁਸੀਂ ਵੀ ਸਿਆਸੀ ਸਕੱਤਰ ਰਹਿੰਦਿਆਂ ਤੁਸੀਂ ਬਹੁਤ ਭਰੋਸੇ ਨਾਲ ਗੁਪਤ ਸਿਆਸੀ ਭੇਦ ਮੇਰੇ ਨਾਲ ਸਾਂਝੇ ਕੀਤੇ, ਵਾਅਦਾ ਕਰਦਾ ਵੀ ਉਹ ਹਮੇਸ਼ਾ ਭੇਦ ਹੀ ਰਹਿਣਗੇ। ਕੁਛ ਇਹ ਹੁੰਦਾ, ਕੁਛ ਜਿੰਦੇ ਜਿਹੜਾ ਹੁੰਦਾ ਜੀ, ਮੈਂ ਇੱਕ ਗੱਲ ਦਾ ਧਾਰਨੀ ਆ। ਜਿਵੇਂ ਮੈਂ ਪਹਿਲਾਂ ਕਿਹਾ ਕਿ ਤੁਸੀਂ ਪਾਲਸੀਆਂ ਤੇ ਉਹਨਾਂ ਦੀ ਆਈਡੀਓਲੋਜੀ ਨੂੰ ਕ੍ਰਿਟਿਸਾਈਜ਼ ਕਰਨਾ ਚਾਹੀਦਾ, ਵਿਅਕਤੀਗਤ ਤੌਰ ਤੇ ਕਦੇ ਨਹੀਂ ਕੁਝ ਕਹਿਣਾ ਚਾਹੀਦਾ, ਉਹ ਅਗਲੀ ਨਿੱਜੀ ਜ਼ਿੰਦਗੀ ਹੈ। ਉਹ ਮੈਂ ਹੁਣ ਕਹਾਂ ਜੀ, ਸੁਖਬੀਰ ਸਿੰਘ ਬਾਦਲ ਤਾਂ ਜਿਹੜਾ ਦਾੜੀ ਬਣਦਾ ਉਹ ਸਿਲਾਈ ਕਰ ਲੈਂਦਾ ਹੁੰਦਾ ਸੀਗਾ। ਉਹਦਾ ਮਤਲਬ ਹੁੰਦਾ ਵੀ ਤੁਸੀਂ ਉਦੋਂ ਨਾਲ ਸੀਗੇ, ਤੁਸੀਂ ਹੁਣ ਭਲੇ ਮਾਨਸ ਬਣ ਗਏ, ਤੁਸੀਂ ਵੀ ਵਿੱਚ ਹੀ ਸੀ ਉਦੋਂ। ਮਤਲਬ ਇਹ ਗੱਲਾਂ ਕਰਕੇ ਪੰਜਾਬ ਦਾ ਭਲਾ ਕੋਈ ਨਹੀਂ ਹੋਣਾ। ਇਹ ਤਾਂ ਨਿੱਜੀ ਅੱਜ ਕਿਸਾਨਾਂ ਦੀ ਲੜਾਈ ਆ, ਪਾਰਲੀਮੈਂਟ ਤੇ ਪਾਰਲੀਮੈਂਟ ਤੋਂ ਬਾਅਦ ਲੀਡਰ ਇੱਕ ਦੂਜੇ ਨੂੰ ਨੀਵਾਂ ਦਿਖਾ ਕੇ ਆਪ ਵੱਡਾ ਹੋਣ ਦੀ ਗੱਲ ਕਰਦੇ ਆ। ਕਿਸਾਨਾਂ ਦੀ ਲੜਾਈ ਕਰਨ ਵਾਸਤੇ ਕੋਈ ਸਿੰਸੀਅਰ ਨਹੀਂ ਹੈ। ਅੱਛਾ, ਹੁਣ ਆਪਾਂ ਇਹ ਚਿੱਠੀ ਵਾਲਾ ਤੁਹਾਡਾ ਕੰਮ ਹੋ ਗਿਆ, ਤੁਸੀਂ ਆਪਣੀ ਗੱਲ ਵੀ ਕਹਿ ਦਿੱਤੀ। ਹੁਣ ਇਹਦੇ ਤੇ ਵਿਰੋਧੀ ਪਾਰਟੀਆਂ ਵੀ ਜਾਂ ਕਹ ਲਓ ਕਿ ਅਕਾਲੀ ਦਲ ਦੇ ਵਿੱਚੋਂ ਵੀ ਤੁਹਾਡੇ ਤੇ ਦੋਸ਼ ਲੱਗਣਗੇ, ਉਹਨਾਂ ਦਾ ਕੰਮ ਕਹਿਣਗੇ। ਅਬ ਐਸੀ ਜ਼ਰੂਰ ਮੈਂ ਬੇਨਤੀ ਕਰਾਂ ਜੀ ਕਿ ਤੁਸੀਂ ਵੀ ਜੇ ਇਹਦੇ ਤੇ ਕੁਝ ਗੱਲ ਕਹਿਣੀ ਚਾਹੋ ਤਾਂ ਇਹ ਪਲੇਟਫਾਰਮ ਬਿਲਕੁਲ ਤੁਹਾਡੇ ਲਈ ਖਾਲੀ ਹੈ ਜੀ। ਇਹ ਕੁਰਸੀ ਦੇ ਉੱਪਰ ਤੁਸੀਂ ਵੀ ਆਪਣੀ ਗੱਲ ਕਹਿਣੀ। ਇੱਕ ਗੱਲ ਮੈਂ ਕਹਿ ਦਿੱਤੀ, ਇੱਕ ਗੱਲ ਮੈਂ ਤੁਹਾਡੀ ਖੇਤੀ ਆਰਡੀਨੈਂਸਾਂ ਤੇ ਆਉਣ ਵਾਲਾ ਸੀਗਾ। ਤੁਹਾਨੂੰ ਹੁਣ ਵਾਲੇ ਖੇਤੀ ਬਿੱਲਾਂ ਦਾ ਜੋ ਕੁਝ ਹੋਇਆ, ਇਹਦੇ ਲਈ ਕਸੂਰਵਾਰ ਪੰਜਾਬ ਚੋਂ ਕਿਹੜੀ ਪਾਰਟੀ ਜਾਂ ਸਿਆਸਤਦਾਨਾਂ ਨੂੰ ਮੰਨਦੇ ਜੀ? ਮੈਂ ਇੱਕ ਗੱਲ ਕਹਿ ਕੇ ਇਹਦੀ ਗੱਲ ਕਰ ਲਾਂ। ਜੀ 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 ਜੀ, ਮੈਂ ਸ਼ਾਇਦ ਮਤਲਬ ਕੁਐਸਚਨ ਤੋਂ ਸ਼ਾਇਦ ਭੁੱਲ ਗਿਆ, ਦੁਬਾਰਾ ਕੋਈ ਨਹੀਂ, ਮੈਂ ਪੁੱਛ ਲੂੰਗਾ। ਮੈਂ ਔਨ ਜਿਹੜਾ ਹੈਗਾ ਰਿਕਾਰਡ ਟੈਲੀਵਿਜ਼ਨ ਤੇ ਕਹਿ ਰਿਹਾ ਕਿ 10 ਸਾਲ ਸਰਕਾਰ 'ਚ ਮੈਂ ਇਹਨਾਂ ਦੇ ਨਾਲ ਰਿਹਾ। ਮੈਂ 1975 ਤੋਂ ਰਾਜਨੀਤੀ ਸ਼ੁਰੂ ਕੀਤੀ, ਅੱਜ ਤੱਕ ਪਰਮੇਸ਼ਰ ਤੋਂ ਡਰ ਕੇ ਕਹਿਣਾ ਵੀ ਦੁਨੀਆ 'ਚ ਵਸਦਾ ਕੋਈ ਪੰਜਾਬੀ, ਮੈਂ ਕਿਸੇ ਤੋਂ ਇੱਕ ਪੈਸਾ ਰਿਸ਼ਵਤ ਲਈ ਹੋਵੇ ਜੀ, ਜਾਂ ਕਿਸੇ ਤੋਂ ਗਾਂਹ ਦਵਾਈ ਹੋਵੇ, ਮੈਂ ਕਿਸੇ ਦਾ ਪਲਾਟ ਦੱਬ ਲਿਆ ਹੋਵੇ, ਕਿਸੇ ਦੀ ਕੋਠੀ ਦੱਬ ਲਈ ਹੋਵੇ,
ਮੈਂ ਰੇਤਾ ਵੇਚਿਆ ਹੋਵੇ, ਡਰੱਗ ਵੇਚੀ ਹੋਵੇ, ਦੂਜਾ ਤੀਜਾ ਤੀਜਾ ਹੋਵੇ, ਉਹ ਖੁੱਲ੍ਹ ਕੇ ਜਿਹੜੇ ਹੈਗੇ ਆ ਦਰਸ਼ਕ ਉਹ ਸਾਹਮਣੇ ਲਿਆ ਸਕਦੇ ਰਿਕਾਰਡ। ਜੇ ਮੇਰੀ ਗਲਤੀ ਹੋ ਮੈਂ ਮਾਫੀ ਮੰਗ ਲੂੰਗਾ, ਲੇਕਿਨ ਮੈਨੂੰ ਆਪਦੀ ਆਤਮਾ 'ਤੇ ਭਰੋਸਾ ਕਿ ਮੈਨੂੰ ਰੱਬ ਨੇ ਇੱਕ ਉੱਤੇ ਕੰਮਾਂ ਤੋਂ ਬਚਾ ਕੇ ਰੱਖਿਆ। ਅੱਛਾ, ਆਪਾਂ ਹੁਣ ਜਿਹੜੀ ਇਹ ਖੇਤੀ ਬਿੱਲਾਂ ਦੀ ਗੱਲ ਕਰਦੇ ਸੀ ਜੀ, ਇਹ ਤੁਹਾਨੂੰ ਲੱਗਦਾ ਕਿ ਵੀ ਇਹਦੇ 'ਚ ਅਕਾਲੀ ਦਲ ਕਿੰਨਾ ਕੁ ਭਾਈਵਾਲ ਆ ਜਾਂ ਭਾਗੀਦਾਰ ਰਿਹਾ, ਜਾਂ ਕਾਂਗਰਸ ਪਾਰਟੀ ਦੇ ਜਿਹੜੇ ਦੋਸ਼ ਲੱਗਦੇ ਨੇ ਵੀ ਇਹ ਵੀ ਉਦੋਂ ਹਾਂ 'ਚ ਹਾਂ ਮਿਲਾਉਂਦੇ ਸੀ? ਤੁਸੀਂ ਕਿਉਂਕਿ ਸਿਆਸੀ ਬੰਦੇ ਹੋ, ਤੁਸੀਂ ਅੰਦਰ ਰਹਿੰਦੇ ਹੋ, ਤੁਹਾਨੂੰ ਕਈ ਗੱਲਾਂ ਦਾ ਪਤਾ ਲੱਗਦਾ। ਕਿਸਾਨਾਂ ਦੇ ਕੋਲੇ ਕੋਈ ਦੱਸਣਾ ਚਾਹੋਗੇ ਕਿ ਵੀ ਇਹਦੇ ਲਈ ਕੌਣ ਜ਼ਿੰਮੇਵਾਰ ਜ਼ਿਆਦਾ ਰਿਹਾ, ਜਾਂ ਕਿਹੜੇ ਲੀਡਰ ਰਹੇ ਵੀ ਜੋ ਅੱਜ ਬੰਬ ਕਿਸਾਨਾਂ ਦੇ ਸਿਰ ਤੇ ਡਿੱਗਿਆ? ਦਰਅਸਲ ਨਾ ਜੀ ਥੋੜ੍ਹਾ ਜਿਹਾ ਪਿੱਛੇ ਝਾਤੀ ਮਾਰੀਏ, ਤੁਸੀਂ ਬੜੇ ਸੀਨੀਅਰ ਸਿਆਣੇ ਜਰਨਲਿਸਟ ਹੋ, ਤੁਹਾਡੀ ਸਾਰੀ ਟੀਮ ਹੀ ਹੌਲੀ ਹੌਲੀ ਮੋਦੀ ਸਾਹਿਬ ਆਪਣੀ ਇੱਕ ਪਲੈਨਿੰਗ 'ਤੇ ਕੰਮ ਕਰਦੇ ਆ। ਉਹਨਾਂ ਨੇ ਇਹ ਗੱਲ ਕਹੀ, ਇੱਕ ਦੇਸ਼ ਇੱਕ ਇਲੈਕਸ਼ਨ ਜੀ, ਇੱਕ ਦੇਸ਼ ਇੱਕ ਮੰਡੀ ਜੀ, ਇੱਕ ਹੋਰ ਕਿਹਾ ਸੀ ਇੱਕ ਦੇਸ਼ ਇੱਕ ਭਾਸ਼ਾ ਵੀ ਕਹਿੰਦੇ ਜੀ। ਹਾਂ, ਇੱਕ ਦੇਸ਼ ਇੱਕ ਭਾਸ਼ਾ। ਜੀ, ਹੁਣ ਹੌਲੀ ਹੌਲੀ ਟੀਕਾ ਲਾ ਕੇ ਵੇਖਦੇ ਆ, ਹੁਣ ਇਹ ਵੀ ਕਹਿ ਦੇਣਗੇ ਆਉਣ ਵਾਲੇ ਸਮੇਂ 'ਚ ਕਿਸੇ ਵੇਲੇ, ਜੋ ਉਹਨਾਂ ਦਾ ਸੁਭਾਅ ਤੋਂ ਜੋ ਮੈਂ ਅਨੁਭਵ ਕਰਦਾ, ਕਿ ਇੱਕ ਦੇਸ਼ ਇੱਕ ਧਰਮ। ਚਲੋ ਉਹ ਤਾਂ ਧਾਰਮਿਕ ਤੌਰ ਤੇ ਹੋ ਗਈ ਗੱਲਬਾਤ, ਮੈਂ ਤਾਂ ਆਰਥਿਕ ਤੌਰ ਤੇ ਸਮਝਣਾ ਚਾਹੁੰਦਾ ਸੀ। ਇਹ ਦੇਖੋ, ਇੱਕ ਤਾਂ ਤੁਸੀਂ ਦੱਸੋ, ਇੱਕ ਤਾਂ ਕਰੋਨਾ ਵਾ, ਦੂਜਾ ਕਿਸਾਨ ਜਿਹੜਾ ਹੈਗਾ ਉਹਦੇ ਕਰਕੇ ਦੇਖ ਰੇਖ ਨਹੀਂ ਕਰ ਰਿਹਾ। ਜੀ ਜੀ, ਉਹਨਾਂ ਨੂੰ ਪਤਾ ਸੀ, ਐਡੀ ਕਾਹਲੀ ਤੇ ਜ਼ਬਰਦਸਤੀ ਛੇਤੀ ਇਸ ਕਰਕੇ ਕੀਤੀ ਵੀ ਹੁਣ ਕਿਸਾਨ ਫਸਿਆ ਪਿਆ, ਹੁਣ ਤਾਂ ਕੁਛ ਇੱਥੇ ਧਰਨੇ 'ਚ ਬੈਠਾ, ਹੋਰ 5-4 ਦਿਨ ਉਹਨੂੰ ਮੰਡੀ ਦੇ ਵਿੱਚ ਝੋਨਾ ਤੇ ਫਸਲ ਆ ਜਾਣੀ ਹੈ। ਇਹ ਐਜੀਟੇਸ਼ਨ ਕਿਸਾਨ ਆਪੇ ਉੱਧਰ ਚਲੇ ਜਾਊਗਾ ਅੱਡੇ ਪਾਸੇ, ਤੇ ਐਜੀਟੇਸ਼ਨ ਜਿਹੜੀ ਹੈਗੀ ਆ ਇਹ ਖਤਮ ਹੋ ਜਾਏਗੀ। ਇਹ ਉਹਨਾਂ ਦੀ ਨੀਤੀ ਹੈ। ਇਹ ਤਾਂ ਮੋਦੀ ਸਾਹਿਬ ਦੀ ਗੱਲ ਹੋ ਗਈ। ਮੈਂ ਤਾਂ ਪੰਜਾਬ ਵਾਲੇ ਪਾਸਿਓਂ ਪੁੱਛਦਾ ਸੀ ਵੀ ਇੱਧਰੋਂ ਕਿਹੜਾ ਲੀਡਰ ਮੰਨਦੇ ਹੋ ਤੁਸੀਂ, ਚਾਹੇ ਅਕਾਲੀ ਦਲ ਚੋਂ, ਚਾਹੇ ਕਾਂਗਰਸ ਚੋਂ, ਜਾਂ ਕਿਸੇ ਹੋਰ ਪਾਰਟੀ ਚੋਂ? ਇਹ ਛੂਤ ਦੀ ਬਿਮਾਰੀ ਹੈ ਜਿਹੜੀ ਲੀਡਰਾਂ ਸਾਰਿਆਂ ਨੂੰ ਹੁੰਦੀ ਹੈ। ਅੱਛਾ ਜੀ, ਸੋ ਕੋਈ ਵੀ ਇਹਦੇ ਤੋਂ ਆਪਾਂ ਲਾਂਭੇ ਨਹੀਂ ਕਹਿ ਸਕਦੇ ਕਿ ਤੁਸੀਂ ਕਹੀ ਜਾਣਗੇ ਅਸੀਂ ਆਏ ਜਿਉਂ ਆ, ਪਰ ਜੋ ਸੱਚ ਆ ਉਹ ਸੱਚ ਆ। ਚਲੋ ਸਿੱਧਵਾਂ ਸਾਹਿਬ, ਵੇਲਾ ਪ੍ਰੋਗਰਾਮ ਦਾ ਮੁੱਕ ਗਿਆ। ਇਸ ਪਲੇਟਫਾਰਮ ਤੋਂ ਕੋਈ ਗੱਲ ਮੈਂ ਪੁੱਛਣੀ ਭੁੱਲ ਗਿਆ ਹੋਵਾਂ ਜਾਂ ਰਹਿ ਗਈ ਹੋਵੇ, ਤੁਸੀਂ ਕਰਨੀ ਚਾਹੋ ਜ਼ਰੂਰ ਕਰੋ ਜੀ। ਮੈਂ 2 ਬੇਨਤੀਆਂ ਕਰਦਾ ਜੀ। ਇੱਕ ਤਾਂ ਮੈਂ NRI ਭਰਾਵਾਂ ਨੂੰ ਕਰਨੀ ਹੈ ਬੇਨਤੀ ਜੀ, ਕਿ ਪੰਜਾਬ 'ਚ ਥੋੜ੍ਹਾ ਬਹੁਤਾ ਬਚਿਆ ਉਹ ਤੁਹਾਡੇ ਕਰਕੇ ਬਚਿਆ। ਜੀ, ਹੁਣ ਇੱਥੇ 4 ਪੈਸੇ ਭੇਜਦੇ ਆ, ਕੋਈ ਕਾਰੋਬਾਰ ਚੱਲਦਾ ਸੀ, ਦੂਜਾ ਤੀਜਾ ਚੱਲਦਾ ਸੀਗਾ। ਪਹਿਲਾਂ ਪੈਸੇ ਬਾਹਰੋਂ ਇੱਥੇ ਆਉਂਦੇ ਸੀ, ਹੁਣ ਬੱਚੇ ਪੜ੍ਹਨ ਜਾਂਦੇ ਆ, ਸਾਡਾ ਜਿਹੜਾ ਸਰਮਾਇਆ ਉਹ ਬਾਹਰ ਜਾਂਦਾ। ਉਹਨਾਂ ਦਾ ਮਨ ਬਹੁਤ ਖੱਟਾ ਹੋਇਆ ਸਿਆਸੀ ਪਾਰਟੀਆਂ ਤੋਂ, ਲੀਡਰਾਂ ਤੋਂ। ਜੀ, ਤੁਸੀਂ ਇਹਨਾਂ ਨੂੰ ਨਾ ਵੇਖੋ, ਪੰਜਾਬ ਨੂੰ ਵੇਖੋ। ਲੀਡਰਾਂ ਨੂੰ ਪੈਸੇ ਪੂਸੇ ਨਾ ਦਿਓ। ਤੁਸੀਂ ਜਿਹੜੀ ਗੱਲ ਚਾਹੁੰਦੇ ਹੋ ਇੱਥੇ ਆਪਦੇ ਬੰਦੇ, ਜਿਹੜਾ ਕੋਈ ਚੰਗਾ ਲੀਡਰ, ਉਹਨੂੰ ਕਰਕੇ ਉਹ ਗੱਲ ਪ੍ਰਚਾਰੋ। ਜੀ, ਪੈਸੇ ਦੇ ਕੇ ਲੀਡਰਾਂ ਦਾ ਦਿਮਾਗ ਖਰਾਬ ਹੋ ਜਾਂਦਾ। ਯਾਨੀ ਕਿ ਲੋਕਾਂ ਵਾਲੇ ਪਾਸੇ ਧਿਆਨ ਦੇਣ, ਲੀਡਰਾਂ ਵਾਲ ਨਹੀਂ। ਹਾਂ ਜੀ, ਪੰਜਾਬ ਦੀ ਸਮੱਸਿਆ ਵਾਲੇ ਪਾਸੇ ਮਾੜਾ ਮੋਟਾ ਉਹਨਾਂ ਕਰਕੇ ਬਚੇ ਆ। ਜੀ, ਦੂਜਾ, ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਵੀ ਜਿਹੜਾ ਕਿਸਾਨ ਆ, ਇਹ ਰੱਬ ਦੇ ਆਸਰੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਜੀ, ਤੁਸੀਂ ਚਾਹੇ ਕਿਸੇ ਪਾਰਟੀ ਦੇ ਹੋ, ਕਾਂਗਰਸ ਪਾਰਟੀ ਵੀ ਕਹੂ ਅਸੀਂ ਧਰਨੇ ਲਾਉਣੇ ਆ, ਅਕਾਲੀ ਦਲ ਵੀ ਕਰ ਰਿਹਾ ਵਾ। ਜੀ, ਜੀ, ਲੀਡਰਾਂ ਦੇ ਧਰਨਿਆਂ 'ਚ ਮੈਂ ਬੇਨਤੀ ਕਰਦਾ ਨਾ ਜਾਓ, ਕਿਸਾਨਾਂ ਦੇ ਧਰਨਿਆਂ 'ਚ ਜਾਓ। ਉਹਨਾਂ ਨੇ ਵੋਟਾਂ ਨਹੀਂ ਲੈਣੀਆਂ। ਬਿਲਕੁਲ ਸਹੀ ਜੀ। ਇਹ 2022 ਦੀ ਵੋਟਾਂ ਵੇਖ ਕੇ ਸਾਰਾ ਕੁਝ ਕੀਤਾ ਜਾ ਰਿਹਾ। ਇਸੇ ਕਰਕੇ ਜਦੋਂ ਦੇਖਿਆ ਕਿਸਾਨ ਉਲਟ ਹੋ ਗਏ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ, ਥੋੜ੍ਹਾ ਜਿਹਾ ਮੈਂ ਸਾਈਡ ਤੇ ਚਲਿਆ ਗਿਆ ਕਿ ਵੀ ਆਪਾਂ ਤਾਂ ਬਚਣਾ ਹੀ ਨਹੀਂ। 2 ਹੀ ਪੰਜਾਬ 'ਚ ਸੀਗੇ, ਇੱਕ ਧਾਰਮਿਕ ਲੋਕ, ਇੱਕ ਕਿਸਾਨੀ ਤੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਮਜ਼ਦੂਰ ਆ ਜਾਂ ਛੋਟਾ ਵਪਾਰੀ ਆ, ਇਹੀ ਅਕਾਲੀ ਦਲ ਨੂੰ ਵੋਟ ਪਾਉਂਦੇ ਸੀ। ਬਿਲਕੁਲ ਸਹੀ। ਇਹ ਦੋਵੇਂ ਅਸੀਂ ਗਵਾ ਲਏ ਤੇ ਫਿਰ ਹੁਣ ਬਚੂਗਾ ਕੀ? ਬਿਲਕੁਲ ਸਹੀ ਜੀ। ਇਹ ਮੈਂ ਕਹਿੰਦਾ ਕਿ ਉਹਨਾਂ ਦੀ, ਹਾਂ, ਇੱਕ ਬੇਨਤੀ ਇਹ ਵੀ ਨਾਲ ਕਰਦਾ, ਸੌਰੀ ਟਾਈਮ ਇੱਕ ਅੱਧਾ ਮਿੰਟ ਉੱਤੇ ਹੋ ਗਿਆ, ਜੀ ਜੀ, ਕਿ ਜਿੱਥੇ ਵੀ ਕਿਸਾਨਾਂ ਦਾ ਧਰਨਾ ਲੱਗਿਆ, ਨੇੜੇ ਦੇ ਲੋਕ ਉੱਥੇ ਪਾਣੀ ਪੂਣੀ ਦੇ ਟੈਂਕਰਾਂ ਦਾ ਪ੍ਰਬੰਧ ਕਰੋ, ਕਿਉਂਕਿ ਦੂਰੋਂ ਦੂਰੋਂ ਕਿਸਾਨ ਆਏ ਆ। ਜੀ, ਇਹ ਵੱਡਾ ਕਿਤੇ 5-5 ਹਜ਼ਾਰ ਦੇ ਲੋਕ ਵੀ ਬੈਠੇ ਆ, ਲੋਕ ਬੀਬੀਆਂ ਬੈਠੀਆਂ, ਭੈਣਾਂ ਬੈਠੀਆਂ। ਜੀ ਜੀ, ਬੰਦਿਆਂ ਦਾ ਤਾਂ ਫਿਰ ਜਾਂਦਾ, ਜਿੱਥੇ ਬੀਬੀਆਂ ਬੈਠੀਆਂ ਉਹਨਾਂ ਨੂੰ ਬਾਹਰ ਅੰਦਰ ਜਾਣਾ ਬਹੁਤ ਔਖਾ ਹੋ ਜਾਂਦਾ, ਐਡੇ ਲੋਕਾਂ ਦਾ ਪ੍ਰਬੰਧ ਨਹੀਂ ਹੋ ਸਕਦਾ। ਜੀ ਜੀ, ਜਿੱਥੇ ਨੇੜੇ ਤੇੜੇ ਕੋਈ ਧਾਰਮਿਕ ਸਥਾਨ ਆ, ਲੰਗਰ ਪਕਾ ਕੇ ਉਹਨਾਂ ਦਾ ਕਰੋ, ਚਾਹ ਪਾਣੀ ਦਾ ਪ੍ਰਬੰਧ ਕਰੋ। ਜੇ ਹੋਰ ਨਹੀਂ ਕੋਈ ਕਰ ਸਕਦਾ, ਜਿਵੇਂ ਕਿੱਡਾ ਸੀ, ਮੈਂ ਤੁਹਾਡੇ ਚੈਨਲ ਤੇ ਸੁਣਿਆ, ਮਨ ਭਰਿਆ ਲੋਕਾਂ ਨਾਲ ਸੁਣਨ ਵਾਲਿਆਂ ਦਾ, ਵੀ 1000 ਰੁਪਈਆ ਬਜ਼ੁਰਗ ਨੇ ਦਿੱਤਾ। ਇਦਾਂ ਹੀ ਹੈ ਜੀ।
ਬਿਲਕੁਲ ਸਹੀ। ਥੋੜੀਆਂ ਬਹੁਤੀਆਂ ਜਿਹੜਾ ਮੇਰੇ ਵਰਗਾ ਕੁਝ ਨਹੀਂ ਕਰ ਸਕਦਾ, ਉਹ ਖਾਲੀ ਬੋਤਲਾਂ ਹੀ ਪਹੁੰਚਦੀਆਂ ਕਰੋ ਉੱਥੇ, ਜਦੋਂ ਕੋਈ ਸਰੀਰਕ ਲੋੜ ਜਿਹੜੀਆਂ ਕਰਨੀਆਂ ਪੈਂਦੀਆਂ ਕਿਰਿਆ, ਉਹਦੇ ਵਾਸਤੇ ਉਹਨਾਂ ਦੀ ਵੀ ਲੋੜ ਪੈਂਦੀ ਹੈ। ਇਹ ਵੀ ਵੱਡਾ ਯੋਗਦਾਨ ਹੁੰਦਾ। ਹੁਣ ਕੋਈ ਸੂਈ ਪਾ ਸਕਦਾ, ਕੋਈ ਸਲਾਈ ਪਾ ਸਕਦਾ। ਜੇ ਹੁਣ ਨਾ ਪੈਰ ਲੱਗੇ ਫਿਰ ਪੰਜਾਬ ਦੇ ਨਹੀਂ ਲੱਗਣੇ। ਸਿੱਧੇ ਕਿਸਾਨਾਂ ਦੇ ਸੰਘਰਸ਼ ਵਿੱਚ ਲੀਡਰਾਂ ਨੂੰ ਵੀ ਚਾਹੀਦਾ, ਕਿਸਾਨ ਜਥੇਬੰਦੀਆਂ ਨੂੰ ਲੀਡਰ ਨੂੰ ਬੇਨਤੀ ਕਰਦਾ, ਲੀਡਰ ਬਹੁਤ ਆਉਣਗੇ ਹੁਣ ਸਿਆਸੀ ਪਾਰਟੀਆਂ ਵਾਲੇ, ਉਹਨਾਂ ਨੂੰ ਕਹੋ ਮਗਰ ਬਹਿ ਜਾਓ ਦਰੀ ਤੇ, ਗੱਲ ਅਸੀਂ ਕਰਾਂਗੇ, ਪਾਲਿਸੀ ਅਸੀਂ ਬਣਾਵਾਂਗੇ। ਬਿਲਕੁਲ ਸਹੀ। ਸਿੱਧੂ ਸਾਹਿਬ ਤੁਸੀਂ ਆਏ, ਤੁਸੀਂ ਡਿਟੇਲ 'ਚ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਅਤੇ ਆਪਣੇ ਜੋ ਵੀ ਤੁਹਾਡੇ ਦਿਲ 'ਚ ਸੀ, ਮਨ 'ਚ ਸੀ, ਉਹ ਤੁਸੀਂ ਦਰਸ਼ਕਾਂ ਦੇ ਸਨਮੁਖ ਰੱਖਤਾ। ਬਾਕੀ ਡਿਸੀਜਨ ਮੇਕਿੰਗ ਤਾਂ ਲੋਕਾਂ ਨੇ ਕਰਨੀ ਹੈ, ਵੀ ਤੁਸੀਂ ਕਿੰਨੇ ਸਹੀ ਹੋ, ਸੱਚੇ ਹੋ, ਇਹ ਫੈਸਲਾ ਉਹਨਾਂ ਦਾ, ਇਹ ਉਹਨਾਂ ਦਾ ਹੱਕ ਹੈ ਜੀ। ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ, ਤੁਹਾਡਾ ਵੀ ਧੰਨਵਾਦ, ਔਰ ਜਿਹੜੇ ਸਾਡੇ ਸਰੋਤੇ ਆ ਸਾਰੇ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ਾਂ ਵਿੱਚ, ਉਹਨਾਂ ਦਾ ਵੀ ਸਾਡਾ ਧੰਨਵਾਦ। ਬਹੁਤ ਮਿਹਰਬਾਨੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਪ੍ਰਾਈਮ ਪੋਲੀਟਿਕਸ ਦੇ ਵਿੱਚ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜੇ ਵੀ ਸਵਾਲ ਕਿਸੇ ਵੀ ਪਾਸੇ ਉਹਨਾਂ ਦੇ ਜਵਾਬ ਮਿਲ ਸਕਣ, ਉਹ ਜ਼ਰੂਰ ਆਪਾਂ ਤੁਹਾਡੀ ਕਚਹਿਰੀ 'ਚ ਰੱਖ ਦਈਏ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।